ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਖਿਆ ਗਿਆ ਹੈ। ਮੋਹੜੀ ਦਾ ਅਰਥ ਹੁੰਦਾ ਹੈ ਪ੍ਰੇਮ ਦੇ ਵਸ ਵਿੱਚ ਹੋ ਜਾਣਾ। ਫਿਰ ਪ੍ਰਭੂ ਪਰਮਾਤਮਾ ਨੂੰ ਸੰਗਤ ਸੂਤੀ। ਇਹਦੇ ਵਿਦਵਾਨਾਂ ਨੇ ਦੋ ਅਰਥ ਕੀਤੇ ਨੇ। ਇੱਕ ਇਹਦਾ ਅਰਥ ਕੀਤਾ ਸਮਾਧੀ ਤੇ ਦੂਸਰਾ ਇਸ ਦਾ ਅਰਥ ਕੀਤਾ ਹੈ ਸੂਤ ਲੈਣਾ। ਜਿਵੇਂ ਕਈਆਂ ਬੋਲੀਆਂ 'ਚ ਕਹਿ ਦਿੰਦੇ ਨੇ ਉੱਪਰੋਂ ਮੁੱਛ ਦਿੱਤਾ, ਤੇ ਕਈ ਕਹਿੰਦੇ ਨੇ ਪੌਦੇ ਨੂੰ ਉੱਪਰੋਂ ਪਸ਼ੂ ਨੇ ਸੂਤ ਲਿਆ ਹੈ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਨੇ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਤੁਸੀਂ ਆਪਣਾ ਪ੍ਰੇਮ ਸਾਡੇ ਅੰਦਰ ਪਾ ਕੇ ਆਪ ਦੀ ਸੰਗਤ ਦੇ ਨਾਲ ਸਾਡੇ ਅੰਦਰ ਦੇ ਸਾਰੇ ਵਿਕਾਰਾਂ ਨੂੰ, ਸਾਰੀਆਂ ਬੁਰਾਈਆਂ ਨੂੰ ਸੂਤ ਲਿਆ ਹੈ, ਭਾਵ ਨਾਸ਼ ਕਰ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹੋਏ, ਇਹ ਮੇਰੇ ਮਾਲਕ ਸੱਚੇ ਸਤਿਗੁਰ ਜੀ, ਆਪਨੇ ਸਾਡੇ ਅੰਦਰ ਪ੍ਰੇਮ ਭਾਵ ਪੈਦਾ ਕਰਕੇ, ਜਗਿਆਸਾ ਪੈਦਾ ਕਰਕੇ, ਆਪ ਜੀ ਦੀ ਪਾਵਨ ਸੰਗਤ ਦੇ ਵਿੱਚ ਸਾਨੂੰ ਸੂਤੀ ਦਾ ਅਰਥ ਸਮਾਧੀ, ਸੌਂ ਜਾਣਾ। ਸੌਣ ਦੇ ਵਿੱਚ ਤੇ ਸਮਾਧੀ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿੱਤ ਦੇ ਵਿੱਚ ਬੜਾ ਸੁੰਦਰ ਇਸ ਨੂੰ ਖੋਲ ਕੇ ਦੱਸਿਆ। ਭਾਈ ਗੁਰਦਾਸ ਜੀ ਦੱਸਦੇ ਨੇ, ਜਿਵੇਂ ਸੁੱਤਾ ਪਿਆ ਮਨੁੱਖ ਸੁਪਨੇ ਵੇਖਦਾ ਹੈ, ਉਸ ਨੂੰ ਆਪਣੇ ਸਰੀਰ ਦੀ ਸੋਝੀ ਨਹੀਂ, ਉਹ ਅੰਦਰ ਦੀ ਦੁਨੀਆ ਦੇ ਵਿੱਚ ਚਲਾ ਜਾਂਦਾ ਹੈ ਤੇ ਅੰਦਰ ਦੀ ਦੁਨੀਆ ਜਿਹੜੀ ਉਹਨੂੰ ਸੁਪਨਿਆਂ ਦੇ ਨਾਲ ਜੋੜ ਕੇ ਕਈ ਤਰ੍ਹਾਂ ਦੇ ਚਿੱਤਰ ਵਚਿੱਤਰੇ ਜਿਹੜੇ ਉਹ ਕਰਦਾ ਰਹਿੰਦਾ ਹੈ। ਉਸੇ ਤਰ੍ਹਾਂ ਜਦੋਂ ਗੁਰਸਿੱਖ ਸਮਾਧੀ ਦੇ ਵਿੱਚ ਲੀਨ ਹੁੰਦਾ ਹੈ, ਫਿਰ ਆਪਣੇ ਸਰੀਰ ਦੀ ਸੋਝੀ ਨਹੀਂ ਰਹਿੰਦੀ। ਬਸ ਇੱਥੇ ਫਰਕ ਇਤਨਾ ਹੈ ਕਿ ਉਹ ਹੁਣ ਉਸ ਤਰ੍ਹਾਂ ਝੂਠਾ ਸੁਪਨਾ ਨਹੀਂ ਵੇਖ ਰਿਹਾ, ਹੁਣ ਸੱਚ ਦੇ ਨਾਲ ਜੁੜਿਆ ਤੇ ਉਸ ਪ੍ਰਭੂ ਪਰਮਾਤਮਾ ਜੋ ਸੂਖਮ ਰੂਪ ਹੈ ਉਸ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ, ਉਸ ਦੇ ਆਨੰਦ ਨੂੰ, ਉਸ ਦੇ ਸਰੂਪ ਦੇ ਦਰਸ਼ਨ ਕਰਕੇ ਮਾਣ ਰਿਹਾ ਹੈ। ਸ੍ਰੀ ਧਰ ਮੋਹੜੀ ਫਿਰ ਸੰਗ ਸੂਤੀ ਰਾਮ। ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪ ਜੀ ਦੇ ਨਾਮ ਦਾ, ਆਪ ਜੀ ਦੇ ਪ੍ਰੇਮ ਦਾ ਸਾਡੇ ਅੰਦਰ ਮੋਹ ਪੈਦਾ ਕਰ ਦਿੱਤਾ ਹੈ, ਜਿਸ ਕਰਕੇ ਆਪ ਜੀ ਦੀ ਸੰਗਤ ਹੋ ਗਈ ਹੈ ਤੇ ਸਾਨੂੰ ਇਹ ਸਮਾਧੀ ਵਾਲੀ ਅਵਸਥਾ ਪ੍ਰਾਪਤ ਹੋ ਗਈ ਹੈ ਜੀ। ਗੁਰ ਕੈ ਭਾਏ ਚਲੋ ਸਾਚ ਸੰਗੋਤੀ ਰਾਮ। ਗੁਰ ਕੇ ਭਾਏ, ਜਿਵੇਂ ਗੁਰੂ ਨੂੰ ਭਾਉਂਦਾ ਹੈ ਨਾ ਚੱਲੋ, ਉਵੇਂ ਅਸੀਂ ਜੀਵਨ ਨੂੰ ਜਿਉਣਾ ਕਰੀਏ। ਗੁਰ ਕੈ ਭਾਏ, ਜਿਵੇਂ ਗੁਰੂ ਨੂੰ ਚੰਗਾ ਲੱਗਦਾ ਹੈ ਗੁਰੂ ਦੇ ਭਾਣੇ ਦੇ ਵਿੱਚ ਚੱਲੋ, ਉਸ ਤਰ੍ਹਾਂ ਅਸੀਂ ਜੀਵਨ ਨੂੰ ਜਿਉਣਾ ਕਰੀਏ। ਸਾਚ ਸੰਗੂਤੀ ਰਾਮ। ਸੰਗੂਤੀ ਇਹ ਸੰਸਕ੍ਰਿਤੀ ਭਾਸ਼ਾ ਦਾ ਸ਼ਬਦ ਹੈ, ਸੰਯੁਕਤ ਤੋਂ ਬਣਿਆ ਹੈ ਤੇ ਸੰਯੁਕਤ ਦਾ ਅਰਥ ਹੁੰਦਾ ਹੈ ਇੱਕਮਿਕ ਹੋ ਜਾਣਾ। ਇਹਨਾਂ ਕੁਝ ਸ਼ਬਦਾਂ ਦੇ ਵਿੱਚ ਫਰਕ ਹੁੰਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਗੱਠ ਜੋੜ, ਦੋ ਰੱਸੀਆਂ ਦੇ ਸਿਰੇ ਲੈ ਕੇ ਤੇ ਉਹਨਾਂ ਦਾ ਜੋੜ ਲਾਇਆ ਜਾਂਦਾ ਹੈ ਗੰਢ ਦੇ ਕੇ। ਹੁਣ ਇਹ ਜਿਹੜੀ ਗੰਢ ਹੈ ਇਹ ਜਦੋਂ ਖੁੱਲ੍ਹ ਗਈ ਤੇ ਦੋਵੇਂ ਰੱਸੀਆਂ ਨੇ ਜਿਹੜੀਆਂ ਇਹ ਵੱਖੋ ਵੱਖਰੀਆਂ ਹੋ ਜਾਣੀਆਂ ਨੇ, ਪਰ ਜਿਹੜਾ ਸੰਯੁਕਤ ਹੋ ਗਿਆ ਨਾ ਉਹ ਵੱਖੋ ਵੱਖਰਾ ਨਹੀਂ ਹੁੰਦਾ, ਜੁੜਿਆ ਇਹ ਵੀ ਹੈ ਪਰ ਇਹ ਸੰਯੁਕਤ ਹੋ ਗਿਆ। ਜਿਵੇਂ ਦੁੱਧ ਦੇ ਵਿੱਚ ਪਾਣੀ ਮਿਲਾ ਦਿੱਤਾ ਹੈ, ਆਟੇ ਦੇ ਵਿੱਚ ਲੂਣ ਮਿਲ ਗਿਆ ਹੈ, ਇਹਨੂੰ ਸੰਯੁਕਤ ਆਖਦੇ ਨੇ। ਜਿਹੜਾ ਵੱਖੋ ਵੱਖਰਾ ਨਾ ਹੋਵੇ ਉਹਨੂੰ ਸੰਯੁਕਤ ਆਖਿਆ ਜਾਂਦਾ ਹੈ। ਤੇ ਜਿਹਨੂੰ ਜਦੋਂ ਜੀ ਕਰੇ ਜੋੜ ਲਓ, ਜਦੋਂ ਜੀ ਕਰੇ ਖੋਲ੍ਹ ਲਓ, ਉਸ ਨੂੰ ਗੱਠ ਜੋੜ ਆਖਿਆ ਜਾਂਦਾ ਹੈ। ਦੋਵੇਂ ਮੇਲ, ਇੱਕ ਮੇਲ ਹੈ ਜਿਹੜਾ ਉਹ ਸਥਾਈ ਹੈ ਤੇ ਦੂਜਾ ਮੇਲ ਹੈ ਜਿਹੜਾ ਉਹ ਟਿਕਾਊ ਦੇ ਵਿੱਚ ਨਹੀਂ, ਅਸਥਾਈ ਹੈ। ਗੁਰ ਕੇ ਭਾਏ ਚੱਲੋ। ਧੰਨ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਨੇ, ਹੇ ਜਗਿਆਸੂ, ਤੂੰ ਗੁਰੂ ਨੂੰ ਭਾ ਕੇ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਚੱਲਣਾ ਕਰ। ਸਾਚ ਸੰਗੂਤੀ ਰਾਮ, ਤੇ ਫਿਰ ਸੱਚ ਦੇ ਵਿੱਚ ਤੂੰ ਸੰਯੁਕਤ ਹੋ ਜਾਏਗਾ। ਜਿਵੇਂ ਦੁੱਧ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਉਸੇ ਤਰ੍ਹਾਂ ਜਿਵੇਂ ਧੰਨ ਗੁਰਬਾਣੀ ਦੇ ਅੰਦਰ ਬੜੇ ਪ੍ਰਮਾਣ ਹੁੰਦੇ ਨੇ, ਜੋ ਜਲ ਮੇ ਜਲ ਆਏ ਖਟਾਨਾ, ਇਹ ਹੁਣ ਸੰਯੁਕਤ ਹੋ ਗਿਆ ਹੈ। ਇੱਕ ਮਿੱਠਾ ਜਲ, ਇੱਕ ਫਿੱਕਾ ਜਲ। ਹੁਣ ਅਸੀਂ ਜੇ ਚਾਹੀਏ ਨਾ ਵੀ ਫਿੱਕਾ ਜਲ ਜਿਹੜਾ ਉਹਨੂੰ ਉਸੇ ਤਰ੍ਹਾਂ ਅਸੀਂ ਵੱਖਰਾ ਕਰ ਲਈਏ ਤੇ ਨਹੀਂ ਹੋਏਗਾ। ਜੋਤੀ ਸੰਗ ਜੋਤ ਸਮਾਣਾ, ਜੋਤ ਦੇ ਵਿੱਚ ਜੋਤ ਸਮਾ ਗਈ ਏ
ਉਹਦਾ ਵੀ ਵਖਰੇਵਾਂ ਨਹੀਂ ਹੋਏਗਾ। ਸਾਚ ਸੰਗੂਤੀ ਰਾਮ ਇਸ ਤਰ੍ਹਾਂ ਸੱਚੇ ਸਤਿਗੁਰ ਦੇ ਭਾਣੇ ਦੇ ਵਿੱਚ ਚੱਲਦੇ ਹੋਏ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਆਪਣੇ ਗੁਰਸਿੱਖ ਨੂੰ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਜੀ। ਧਨ ਸਾਜ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ। ਧਨ ਜਗਿਆਸੂ ਨੂੰ ਆਖਿਆ ਸਾਚ ਸਰੂਪ ਪ੍ਰਭੂ ਪਰਮਾਤਮਾ ਹੈ। ਸੰਗੂਤੀ ਦਾ ਅਰਥ ਸੰਯੁਗ ਤੇ ਹਰ ਸੰਗ ਸੂਤੀ। ਜਗਿਆਸੂ ਜਦੋਂ ਸੱਚ ਦੇ ਵਿੱਚ ਸੰਯੁਕਤ ਹੋ ਜਾਂਦਾ ਹੈ, ਅਭੇਦ ਹੋ ਜਾਂਦਾ ਹੈ, ਤੇ ਫਿਰ ਹਰੀ ਪਰਮਾਤਮਾ ਦੇ ਚਰਨਾਂ ਦੇ ਨਾਲ ਉਸ ਦੀ ਸਮਾਧੀ ਲੱਗ ਜਾਂਦੀ ਹੈ। ਸੰਗ ਸਖੀ ਸਹੇਲੀਆ ਤੇ ਹੋਏਗਾ ਕਿਵੇਂ? ਸੰਗਤ ਦੇ ਵਿੱਚ ਆਣ ਕੇ। ਸਖੀ ਸਹੇਲੀਆਂ ਗੁਰਬਾਣੀ ਦੇ ਆਧਾਰ ਦੇ ਨਾਲ ਸਤ ਸੰਗਤ ਨੂੰ ਆਖੇ। ਇੱਥੇ ਅਸੀਂ ਸਾਰੇ ਸਖੀ, ਸਖੀ ਦਾ ਅਰਥ ਹੁੰਦਾ ਸਾਥੀ, ਸੱਜਣ, ਨੇਕ ਮਨੁੱਖ। ਸਹੇਲੀਆ ਦਾ ਅਰਥ ਹੁੰਦਾ ਹੈ ਸਹਿ ਲੈਣੀ ਇੱਕ ਦੂਜੇ ਦੀ ਗੱਲ। ਇਹ ਜਿਹੜੇ ਸ਼ਬਦ ਬਣੇ ਨੇ ਨਾ, ਇਹਨਾਂ ਦਾ ਜਿਹੜਾ ਅਰਥ ਹੈ ਉਹ ਵਿਆਕਰਨ ਦੇ ਆਧਾਰ ਤੇ ਜਦੋਂ ਅਸੀਂ ਕਰਦੇ ਹਾਂ ਤੇ ਫਿਰ ਬੜੀ ਸਮਝ ਆਉਂਦੀ ਹੈ। ਸਹਿ ਅੱਡ ਕਰ ਲਓ ਤੇ ਲਿਆ ਅੱਡ ਕਰ ਲਓ। ਸਹਿ ਦਾ ਅਰਥ ਹੁੰਦਾ ਸਹਾਰ ਲੈਣਾ ਤੇ ਲਿਆ ਦਾ ਅਰਥ ਹੈ ਲਿਆ, ਸਹਾਰ ਲਿਆ। ਜਿੰਦਾ ਅਸੀਂ ਕੌੜਾ ਤੇ ਮਿੱਠਾ ਸ਼ਬਦ ਸਹਾਰ ਲਈਏ ਨਾ, ਉਹਨੂੰ ਅਸੀਂ ਆਪਣਾ ਸਾਥੀ ਆਖਦੇ ਹਾਂ। ਮੁੰਡੇ ਬੇਲੀ ਆਖ ਦਿੰਦੇ ਨੇ, ਕੁੜੀਆਂ ਨੂੰ ਸਹੇਲੀਆਂ ਆਖ ਦਿੰਦੀਆਂ ਨੇ। ਸਖੀ ਸਹੇਲੀਆਂ ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੀ ਸੰਗਤ ਦੇ ਵਿੱਚ ਅਸੀਂ ਅੱਜ ਮਿਲ ਬੈਠੇ ਹਾਂ, ਇਸ ਸੰਗਤ ਦੇ ਵਿੱਚ ਅਸੀਂ ਇੱਕ ਦੂਜੇ ਦੇ ਵਚਨਾਂ ਨੂੰ ਸਹਾਰਨ ਵਾਲੀ ਜਿਹੜੀ ਸਮਰੱਥਾ ਹੈ ਉਸ ਦੇ ਨਾਲ ਬੈਠਣਾ। ਮੈਂ ਇੱਕ ਵਾਰੀ ਫਿਰ ਨਾ ਥੋੜੀ ਜਿਹੀ ਮਿਹਨਤ ਕਰਦੇ ਹਾਂ ਸ਼ੁਰੂ ਤੋਂ। ਇਹ ਪਾਵਨ ਸ਼ਬਦ ਏ, ਇਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ, ਮੁੰਦ ਨਵੇਲੜੀਆ ਗੋਇਲ ਆਈ ਰਾਮ। ਮੁੰਦ ਦਾ ਅਰਥ ਹੈ ਜਗਿਆਸੂ ਤੇ ਨਵੇਲੜੀਆ ਦਾ ਅਰਥ ਹੈ ਨੌਜਵਾਨ। ਮਨੁੱਖ ਦੇ ਅੰਦਰ ਜਗਿਆਸਾ ਜਿਹੜੀ ਇਹ ਵੱਧਦੀ ਜਦੋਂ ਨੌਜਵਾਨ ਹੋ ਜਾਂਦੀ ਹੈ ਨਾ, ਇਹਨੂੰ ਫਿਰ ਸੰਭਾਲਣਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ। ਜੇ ਇਹਨੂੰ ਸੰਭਾਲ ਕੇ ਇਸੇ ਤਰ੍ਹਾਂ ਅੱਗੇ ਵਧੀ ਜਾਈਏ ਤੇ ਫਿਰ ਗੁਰੂ ਕਿਰਪਾ ਕਰਦਾ, ਰਹਿਮਤ ਕਰਦਾ। ਸੱਚੇ ਸਤਿਗੁਰ ਦੀਆਂ ਅਪਾਰ ਬਖਸ਼ਿਸ਼ਾਂ ਰਹਿਮਤਾਂ ਹੋ ਜਾਂਦੀਆਂ ਨੇ। ਜਿਵੇਂ ਭਗਤ ਕਬੀਰ ਜੀ ਦਾ ਸ਼ਬਦ ਆਉਂਦਾ, ਦਾਸ ਕਲ ਨੇ ਵੀ ਇਹ ਸ਼ਲੋਕ ਪੜ੍ਹ ਕੇ ਸੁਣਾਇਆ ਸੀ। ਬਾਬਾ ਫਰੀਦ ਜੀ ਦਾ ਵੀ ਸ਼ਬਦ ਆਉਂਦਾ। ਗੁਰਬਾਣੀ ਦੇ ਵਿੱਚ ਹੋਰ ਵੀ ਬੜੇ ਸ਼ਬਦ ਆਉਂਦੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਕੇਸੋ ਵਾਹਿਗੁਰੂ ਨੂੰ ਆਖਿਆ। ਚਾਲੇ ਤੇ ਥੇ ਹਰ ਮਿਲਨ ਕੋ। ਜਦੋਂ ਤੁਰੇ ਸੀ ਅੰਦਰ ਜਗਿਆਸਾ ਬਣੀ ਸੀ, ਇਸ ਮਾਰਗ ਤੇ ਤੁਰਿਆ ਤੇ ਪਰਮਾਤਮਾ ਦੇ ਨਾਲ ਮਿਲਣਾ ਹੈ, ਵਾਹਿਗੁਰੂ ਦੇ ਨਾਲ ਮਿਲਣਾ ਹੈ। ਹਰੀ ਪਰਮਾਤਮਾ ਨੂੰ, ਵਾਹਿਗੁਰੂ ਨੂੰ ਮਿਲਣ ਵਾਸਤੇ ਤੁਰੇ ਸੀ। ਵਿੱਚੇ ਅਟਕਿਓ ਚੀਤ ਪਰ ਹੋਇਆ ਕਿ ਇਹ ਚੇਤੇ ਜਿਹੜਾ ਉਹ ਵਿੱਚ ਹੀ ਰਹਿ ਗਿਆ, ਉੱਥੇ ਤੱਕ ਪਹੁੰਚਿਆ ਹੀ ਨਹੀਂ। ਤੇ ਇਹ ਅਟਕਿਆ ਕਾਹਦੇ ਨਾਲ? ਕੋਈ ਨਾ ਕੋਈ ਤਾਂ ਵਿਘਨ ਜ਼ਰੂਰ ਪਿਆ, ਜਿਹਦੇ ਕਰਕੇ ਚੇਤੇ ਜਿਹੜਾ ਇਹ ਕਿਤੇ ਅਟਕ ਗਿਆ, ਅੱਗੇ ਵਧ ਨਹੀਂ ਸਕਿਆ, ਤੁਰ ਨਹੀਂ ਸਕਿਆ, ਜਿਸ ਕਰਕੇ ਪਰਮਾਤਮਾ ਦੇ ਨਾਲ, ਕੇਸੋ ਗੋਪਾਲ ਦੇ ਨਾਲ ਮਿਲਾਪ ਨਹੀਂ ਹੋਇਆ। ਤੇ ਗੁਰਬਾਣੀ ਸਾਨੂੰ ਹਰ ਰੋਜ਼ ਇਹੀ ਦੱਸਦੀ। ਆਪਾਂ ਮੰਗਲਾਚਰਨ ਕਰਦੇ ਆ ਨਾ ਹਰ ਰੋਜ਼, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜੀਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈਏ। ਕੋਟ ਪੁਰਾਦ ਹਮਾਰੇ ਖੰਡੋ, ਅਣਕ ਵਿਧੀ ਸਮਝਾਵੋ। ਹੁਣ ਵੇਖੋ ਕਿੰਨੀਆਂ ਵਿਧੀਆਂ ਦੇ ਨਾਲ ਗੁਰੂ ਜੀ ਸਾਨੂੰ ਸਮਝਾ ਰਹੇ ਨੇ। ਕੋਟ ਅਪਰਾਧ ਹਮਾਰੇ ਖੰਡੋ, ਇੱਕ ਨਹੀਂ ਕਰੋੜਾਂ ਹੀ ਅਪਰਾਧ ਅਸੀਂ ਕਰਦੇ ਹਾਂ, ਉਹ ਸਾਰਿਆਂ ਦਾ ਖੰਡਨ ਕਰਨ ਵਾਲੇ ਗੁਰੂ ਮਹਾਰਾਜ ਜੀ ਨੇ। ਤੇ ਅਣਖ ਵਿਧੀਆਂ ਦੇ ਨਾਲ ਸਾਨੂੰ ਸਮਝਾਉਂਦੇ ਨੇ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਗੋਇਲ ਜਿਵੇਂ ਚਰਵਾਏ ਹੁੰਦੇ ਨੇ, ਮਾਰੂ ਏਰੀਏ ਦੇ ਵਿੱਚੋਂ ਮੈਦਾਨੀ ਏਰੀਏ ਦੇ ਵਿੱਚ ਜਦੋਂ ਆਉਂਦੇ ਨੇ ਮਾਲ ਪਸ਼ੂ ਲੈ ਕੇ, ਤੇ ਉਹਨਾਂ ਨੂੰ ਪਤਾ ਹੁੰਦਾ ਅਸੀਂ ਇੱਥੇ ਨਹੀਂ ਰਹਿਣਾ। ਜਦੋਂ ਸਾਡੇ ਏਰੀਏ ਵਿੱਚ ਮੀਂਹ ਪੈ ਗਿਆ ਤੇ ਅਸੀਂ ਆਪਣਾ ਮਾਲ ਪਸ਼ੂ ਲੈ ਕੇ ਤੇ ਰਾਜਸਥਾਨ ਨੂੰ ਫਿਰ ਚਲੇ ਜਾਣਾ ਹੈ, ਉਹ ਇੱਧਰ ਆਪਣਾ ਵਸੇਬਾ ਜਿਹੜਾ ਉਹ ਨਹੀਂ ਬਣਾਉਂਦੇ। ਉਹਨਾਂ ਦੇ ਅੰਦਰ ਚਾਹਨਾ ਆਪਣੇ ਵਾਪਸ ਨਗਰ ਦੇ ਵਿੱਚ ਜਾਣ ਦੀ ਬਣੀ ਰਹਿੰਦੀ ਹੈ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਵੀ ਗੋਇਲ ਦਾ ਇੱਥੇ ਦ੍ਰਿਸ਼ਟਾਂਤ ਦਿੱਤਾ ਵੀ ਤੇਰੇ ਅੰਦਰ ਚਾਹਨਾ ਨਾ ਜਿਹੜੀ,
ਉਹ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚਣ ਦੀ ਬਣੀ ਰਵੇ, ਤੇ ਫਿਰ ਇਹ ਜਿਹੜਾ ਤੇਰੇ ਅੰਦਰ ਜਗਿਆਸਾ ਬੜੀ ਪ੍ਰਬਲ ਹੋਈ ਏ ਇਹਨੂੰ ਭਾਗ ਲੱਗਣਗੇ। ਤੇ ਜੇ ਕਿਤੇ ਗੁਰਮੁਖਾ ਥੋੜਾ ਜਿਹਾ ਵੀ ਵਿਘਨ ਪੈ ਗਿਆ ਨਾ, ਜਿਵੇਂ ਕਈਆਂ ਨੇ ਕਹਾਵਤਾਂ ਬਣਾਈਆਂ ਹੋਈਆਂ ਨੇ, ਸਿੱਖੀ ਉਹ ਪੇੜ ਹੈ ਜੈਸੇ ਖਜੂਰ, ਚੜ ਗਿਆ ਤੋ ਆਨੰਦ ਹੈ, ਗਿਰ ਗਿਆ ਤੋ ਚੱਕਣਾ ਚੂਰ। ਕਹਿੰਦੇ ਨੇ ਖਜੂਰ ਦਾ ਰੁੱਖ ਬੜਾ ਉੱਚਾ ਹੁੰਦਾ ਹੈ ਤੇ ਇਹ ਸਿੱਧਮ ਸਿੱਧਾ ਹੁੰਦਾ ਹੈ। ਜੇ ਤਾਂ ਇਹਦੇ ਸਿਰੇ ਤੇ ਪਹੁੰਚ ਗਿਆ ਤੇ ਫਿਰ ਤਾਂ ਖਜੂਰਾਂ ਮਿਲ ਜਾਣਗੀਆਂ, ਤੇ ਜੇ ਕਿਤੇ ਡਿੱਗ ਪਿਆ ਤੇ ਫਿਰ ਸੱਟ ਵੀ ਉਚਾਈ ਤੋਂ ਡਿੱਗਿਆ ਬੜੀ ਭੈੜੀ ਵੱਜਦੀ ਏ। ਸੋ ਇਹ ਗੱਲ ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਨੇ, ਭਈ ਗੁਰੂ ਸਵਾਰਿਆ, ਉਸ ਪ੍ਰਭੂ ਪਰਮਾਤਮਾ ਦੀ ਤੇਰੇ ਤੇ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਹੋਈ ਹੈ ਤੇ ਇਹ ਤੇਰੇ ਤੇ ਬਣੀ ਰਵੇ। ਗੁਰੂ ਮਹਾਰਾਜ ਜੀ ਦਾ ਜੋ ਸਿਧਾਂਤ ਹੈ ਉਸ ਨੂੰ ਨਾ ਭੁੱਲੀ। ਸ੍ਰੀ ਧਰ ਮੋਹੜੀ ਪਿਰ ਸੰਗ ਸੂਤੀ ਰਾਮ, ਗੁਰ ਕੇ ਭਾਈ ਚੱਲੋ। ਗੁਰੂ ਦੇ ਹੁਕਮ ਦੇ ਨਾਲ ਚੱਲ, ਗੁਰੂ ਦੇ ਪਾਣੇ ਦੇ ਵਿੱਚ ਚੱਲ। ਸਾਚ ਸੰਗੂਤੀ ਰਾਮ, ਤੇ ਸੱਚ ਦੇ ਵਿੱਚ ਸੰਯੁਕਤ ਹੋ ਜਾ, ਇੱਕ ਮਿਕ ਹੋ ਜਾ। ਤਨ ਸਾਚ ਸੰਗੂਤੀ, ਜਿਹੜਾ ਜਗਿਆਸੂ ਸੱਚ ਦੇ ਵਿੱਚ ਸੰਯੁਕਤ ਹੋ ਗਿਆ ਹੈ, ਮਿਲ ਕੇ ਰਹਿੰਦਾ। ਹਰ ਸੰਗ ਸੂਤੀ, ਉਹਦੀ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਫਿਰ ਸਮਾਧੀ ਲੱਗ ਜਾਂਦੀ, ਲੀਨ ਹੋ ਜਾਂਦਾ ਹੈ। ਸੰਗ ਸਖੀ ਸਹੇਲੀਆ, ਤੇ ਇਹ ਕਿਰਪਾ ਹੋਏਗੀ ਜੇ ਤੂੰ ਸੰਗਤ ਦੇ ਵਿੱਚ ਆਵੇਂਗਾ ਜੀ। ਇੱਕ ਭਾਏ ਇੱਕ ਮਨ ਨਾਮ ਵਸਿਆ, ਸਤਿਗੁਰੂ ਹਮ ਮਿਲਿਆ। ਇੱਕ ਭਾਏ, ਭਾਵਨਾ ਇੱਕ ਹੋਣੀ ਚਾਹੀਦੀ ਹੈ ਮਨ ਦੀ। ਇੱਕ ਮਨ, ਜਦੋਂ ਇੱਕ ਭਾਵਨਾ ਹੋਏਗੀ ਫਿਰ ਮਨ ਵੀ ਇਕਾਗਰ ਰਹੇਗਾ, ਮਨ ਵੀ ਇੱਕ ਹੋਏਗਾ, ਮਨ ਦਫਾੜ ਨਹੀਂ ਹੋਏਗਾ, ਦੋ ਚਿੱਤੀ ਨਹੀਂ ਹੋਏਗੀ, ਦੁਬਦਾ ਨਹੀਂ ਹੋਏਗੀ, ਦੋ ਪਾਸੇ ਮਨ ਹੈ ਨਾ ਜਿਹੜਾ, ਇਹ ਨਹੀਂ ਜਾਏਗਾ। ਇੱਕ ਭਾਏ ਇੱਕ ਮਨ ਨਾਮ ਵਸਿਆ, ਜਦੋਂ ਭਾਵਨਾ ਇੱਕ ਹੋਵੇ, ਮਨ ਇੱਕ ਹੋਵੇ, ਤੇ ਫਿਰ ਨਾਮ ਦਾ ਵਾਸਾ ਮਨ ਦੇ ਵਿੱਚ ਹੁੰਦਾ ਹੈ। ਸਤਿਗੁਰੂ ਹਮ ਮੇਲਿਆ, ਤੇ ਸੱਚੇ ਸਤਿਗੁਰ ਫਿਰ ਆਪ ਕਿਰਪਾ ਕਰਦੇ ਨੇ, ਸਾਨੂੰ ਮੇਲ ਲੈਂਦੇ ਨੇ। ਹਮ ਦਾ ਅਰਥ ਹੁੰਦਾ ਤਮਾਮ, ਇਹਦੇ ਵਿੱਚ ਅਸੀਂ ਸਾਰੇ ਹੀ ਆ ਜਾਂਦੇ ਹਾਂ। ਪਤਾ ਨਹੀਂ ਉਸ ਦੀ ਕਿਰਪਾ ਕਦੋਂ ਤੇ ਕਿਸ ਵਕਤ ਕਿੰਦੇ ਤੇ ਹੋ ਜਾਣੀ ਹੈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਇੱਕ ਭਾਏ, ਜੇ ਭਾਵਨਾ ਇੱਕ ਹੋ ਜਾਵੇ, ਇੱਕ ਮਨ, ਤੇ ਮਨ ਦੀ ਇਕਾਗਰਤਾ ਹੀ ਬਣ ਜਾਵੇ, ਨਾਮ ਵਸਿਆ, ਫਿਰ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ। ਸਤਿਗੁਰੂ ਹਮ ਮੇਲਿਆ, ਇਸ ਤਰ੍ਹਾਂ ਸੱਚੇ ਸਤਿਗੁਰੂ ਸਾਨੂੰ ਸਾਰਿਆਂ ਨੂੰ ਇੱਕ ਮਨ ਤੇ ਇੱਕ ਭਾਵਨਾ ਵਾਲਿਆਂ ਨੂੰ ਮੇਲ ਲੈਂਦੇ ਹਨ ਜੀ। ਬਿਨ ਰਹਿਣ ਘੜੀ ਨ ਚਸਾ ਵਿਸਰੈ, ਸਾਸ ਸਾਸ ਨਿਰੰਜਨ। ਹੁਣ ਜਿਨ੍ਹਾਂ ਦੀ ਭਾਵਨਾ ਇੱਕੇ, ਮਨ ਇੱਕੇ, ਤੇ ਨਾਮ ਦਾ ਵਾਸਾ ਹੋ ਗਿਆ ਏ, ਦਿਨ ਰਹਿਣ ਘੜੀ ਨਾ ਚਸਾ ਵਿਸਰੇ। ਸਮੇਂ ਦੀ ਵੰਡ ਏ, ਦਿਨ ਤੇ ਰਾਤਾਂ ਬਣਾਈਆਂ ਹੋਈਆਂ ਨੇ, ਫਿਰ ਦਿਨਾਂ ਨੂੰ ਤੇ ਰਾਤਾਂ ਨੂੰ ਘੜੀਆਂ ਦੇ ਵਿੱਚ, ਚਸਿਆਂ ਦੇ ਵਿੱਚ, ਤੇ ਵਿਸ਼ਿਆਂ ਦੇ ਵਿੱਚ, ਪਲਾਂ ਦੇ ਵਿੱਚ ਇਸ ਤਰ੍ਹਾਂ ਵੰਡਿਆ ਹੋਇਆ ਹੈ। ਸਾਸ ਸਾਸ ਨਿਰੰਜਨੋ, ਗੁਰੂ ਮਹਾਰਾਜ ਜੀ ਇੱਥੇ ਹੁਣ ਦੱਸ ਰਹੇ ਨੇ ਵੀ ਕੋਈ ਵੀ ਸਮਾਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਦੋਂ ਪਰਮਾਤਮਾ ਵਿਸਰ ਜਾਵੇ। ਹਰ ਇੱਕ ਸਵਾਸ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਜੀ। ਸ਼ਬਦ ਜੋਤ ਜਗਾਏ ਦੀਪਕ, ਨਾਨਕਾ ਭਉ ਭੰਜਨ। ਸ਼ਬਦ ਦੀ ਜੋਤ ਦੇ ਨਾਲ ਅਸੀਂ ਆਪਣੇ ਅੰਦਰ ਦੇ ਦੀਵੇ ਨੂੰ ਜਗਾਉਣਾ ਹੈ। ਸ਼ਬਦ ਜੋਤ ਧੰਨ ਗੁਰੂ ਮਹਾਰਾਜ ਜੀ ਦੇ ਸ਼ਬਦ ਦੀ ਜੋਤ ਹੈ। ਦੀਵਾ ਜਗਾਉਣ ਦੇ ਲਈ ਕੋਈ ਨਾ ਕੋਈ ਤੇ ਸਾਧਨ ਹੁੰਦਾ ਹੈ, ਫਿਰ ਉਹ ਦੀਵਾ ਜਗਦਾ, ਭਾਵੇਂ ਸਿੱਖਾਂ ਵਾਲੀ ਡੱਬੀ ਹੋਵੇ ਤੇ ਭਾਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਜਗਾਇਆ ਜਾਵੇ, ਦੀਵੇ ਨੂੰ ਜਗਾਉਣਾ ਪੈਂਦਾ ਹੈ। ਸ਼ਬਦ ਜੋਤ, ਹੁਣ ਜਿਨ੍ਹਾਂ ਦੇ ਅੰਦਰ ਦੇ ਦੀਵੇ ਜਗੇ ਨੇ ਨਾ, ਉਹਨਾਂ ਦੇ ਦੀਵੇ ਸ਼ਬਦ ਦੀ ਜੋਤ ਦੇ ਨਾਲ ਜਗੇ ਨੇ। ਸ਼ਬਦ ਜੋਤ ਜਗਾਏ ਦੀਪਕ, ਨਾਨਕਾ ਭਉ ਭੰਜਨੋ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਗੁਰੂ ਦੇ ਸ਼ਬਦ ਦੀ ਜੋਤ ਦੇ ਨਾਲ ਜਦੋਂ ਅੰਦਰ ਦੀਵਾ ਜਗ ਜਾਂਦਾ ਹੈ ਤੇ ਗੁਰੂ ਮਹਾਰਾਜ ਜੀ ਭਉ ਭੰਜਨੋ, ਫਿਰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿੰਦਾ ਹੈ ਜੀ। ਜੋਤ ਸਬਾਈਏ ਤ੍ਰਿਭਵਨ ਸਾਰੇ ਰਾਮ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੋਤ ਤਾਂ ਸਾਰਿਆਂ ਦੇ ਵਿੱਚ ਹੀ ਹੈ ਤੇ ਦੀਵੇ ਸਾਰਿਆਂ ਦੇ ਤਿਆਰ ਨਹੀਂ ਹੈਗੇ। ਜੋਤ ਸਬਾਈੜੀਏ ਦਾ ਅਰਥ ਹੈ ਸਾਰਿਆਂ ਦੇ ਵਿੱਚ। ਉਸ ਪ੍ਰਭੂ ਪਰਮਾਤਮਾ ਦੀ ਜੋਤ ਤਾਂ ਸਾਡੇ ਸਾਰਿਆਂ ਦੇ ਵਿੱਚ ਹੈ, ਪਰ ਜਿਹੜੇ ਦੀਵੇ ਨੇ ਨਾ, ਉਹ ਸਾਰਿਆਂ ਦੇ ਜਗਣ ਦੇ ਲਈ ਤਿਆਰ ਨਹੀਂ ਹੈਗੇ।
ਤ੍ਰਿਭਵਨ ਸਾਰੇ ਰਾਮ, ਤਿੰਨਾਂ ਲੋਕਾਂ ਜੋ ਕੁਝ ਵੀ ਉਸ ਪ੍ਰਭੂ ਪਰਮਾਤਮਾ ਦਾ ਬਣਾਇਆ ਹੈ, ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੀ ਜੋਤ ਹੈ ਜੀ। ਘਟ ਘਟ ਰਵ ਰਚਿਆ ਅਲਖ ਅਪਾਰੇ ਰਾਮ। ਹਰ ਇੱਕ ਸਰੀਰ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਜੋਤ ਵਿਆਪਕ ਹੈ ਤੇ ਉਹ ਲਖਤਾ ਤੋਂ ਰਹਿਤ ਤੇ ਪਾਰਾਵਾਰ ਤੋਂ ਰਹਿਤ ਹੈ ਜੀ। ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ। ਅਲਖ ਦਾ ਅਰਥ ਹੁੰਦਾ ਲਖਤਾ ਤੋਂ ਰਹਿਤ, ਜਿਹਨੂੰ ਅਸੀਂ ਪੂਰਨ ਰੂਪ ਦੇ ਵਿੱਚ ਨਹੀਂ ਜਾਣ ਸਕਦੇ। ਅਪਾਰ ਦਾ ਅਰਥ ਹੈ ਪਾਰਾਵਾਰ, ਜਿਸ ਦਾ ਕੋਈ ਅੰਤ ਹੀ ਨਹੀਂ। ਅਪਾਰ, ਜਿਸ ਦਾ ਦੂਜਾ ਪਾਸਾ ਹੀ ਨਹੀਂ ਸਾਚਾ। ਅਲਖ ਅਪਾਰ ਅਪਾਰ ਸਾਚਾ, ਉਹਨੂੰ ਲਖਣਾ ਵੀ ਬੜਾ ਮੁਸ਼ਕਲ ਹੈ ਤੇ ਉਹ ਸੱਚੇ ਨੂੰ ਜਾਣਨਾ ਵੀ ਬੜਾ ਮੁਸ਼ਕਲ ਹੈ। ਅਲਖ ਅਪਾਰ ਅਪਾਰ ਸਾਚਾ, ਲਖਣ ਤੋਂ ਵੀ ਪਾਰਾਵਾਰ ਤੋਂ ਰਹਿਤ ਹੈ ਤੇ ਸਾਚਾ ਹੈ ਵੀ ਪਾਰਾਵਾਰ ਤੋਂ ਰਹਿਤ। ਆਪ ਮਾਰ ਮਲਾਈਏ, ਇਸ ਤਰ੍ਹਾਂ ਫਿਰ ਇਹ ਦੀਵਾ ਤਿਆਰ ਹੁੰਦਾ ਹੈ। ਆਪ ਦਾ ਅਰਥ ਹੁੰਦਾ ਹੈ ਆਪਾ ਭਾਵ। ਆਪ ਮਾਰ ਮਲਾਈਏ, ਸਾਡੇ ਅੰਦਰ ਆਪਾ ਭਾਵ ਹੈ, ਉਹਨੂੰ ਮਾਰਨਾ ਪਏਗਾ ਤੇ ਫਿਰ ਇਹ ਦੀਵਾ ਨਾ ਇਹ ਤਿਆਰ ਹੋਏਗਾ। ਉਦੋਂ ਤੱਕ ਇਹ ਦੀਵਾ ਤਿਆਰ ਹੀ ਨਹੀਂ ਹੁੰਦਾ ਜਦੋਂ ਤੱਕ ਸਾਡੇ ਅੰਦਰ ਆਪਾ ਭਾਵ ਹੈ। ਮੈਂ ਇੱਕ ਵਾਰੀ ਫਿਰ ਨਾ ਦੱਸ ਦਿਆਂ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕੀਤੀ, ਸ਼ਬਦ ਜੋਤ ਜਗਾਏ ਦੀਪਕ। ਪਰਮਾਤਮਾ ਦੀ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ ਤੇ ਉਸ ਜੋਤ ਦੇ ਨਾਲ ਸਾਡੇ ਅੰਦਰ ਦਾ ਜਿਹੜਾ ਦੀਵਾ ਹੈ ਉਹ ਜਗਾਇਆ ਜਾਂਦਾ ਹੈ। ਜੋਤ ਸਵਾਈਏ ਤ੍ਰਿਭਵਨ ਸਾਰੇ ਰਾਮ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਦੇ ਅੰਦਰ ਦਾ ਦੀਵਾ ਨਹੀਂ ਨਾ ਜਗਿਆ, ਕਿਤੇ ਇਸ ਤਰ੍ਹਾਂ ਨਾ ਸੋਚ ਲਈਏ ਵੀ ਸ਼ਾਇਦ ਉਹਦੇ ਅੰਦਰ ਜੋਤ ਹੀ ਨਹੀਂ ਹੈਗੀ ਦੀਵਾ ਜਗਾਉਣ ਨੂੰ। ਜੋਤ ਸਵਾਈਏ, ਉਹ ਸਾਰਿਆਂ ਦੇ ਅੰਦਰ ਜੋਤ, ਤਿੰਨਾਂ ਭਵਨਾਂ ਦੇ ਅੰਦਰ ਜੋ ਕੁਝ ਵੀ ਪ੍ਰਭੂ ਪਰਮਾਤਮਾ ਦਾ ਬਣਾਇਆ ਘਟ ਘਟ ਰਵ ਰਿਹਾ, ਉਹ ਹਰ ਇੱਕ ਸਰੀਰ ਦੇ ਅੰਦਰ ਵਿਆਪਕ ਹੈ। ਅਲਖ ਅਪਾਰੇ ਰਾਮ, ਲਖਤਾ ਤੋਂ ਰਹਿਤ ਤੇ ਪਾਰਾਵਾਰ ਤੋਂ ਅੱਗੇ ਰਮਿਆ ਹੋਇਆ। ਅਲਖ ਅਪਾਰ ਅਪਾਰ ਸਾਚਾ, ਇਹ ਉਸ ਦੀਆਂ ਵਡਿਆਈਆਂ ਹਨ। ਆਪ ਮਾਰ ਮਲਾਈਏ, ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਦੀਵਾ ਇਸ ਤਰ੍ਹਾਂ ਤਿਆਰ ਕਰਨਾ ਪੈਣਾ ਹੈ। ਅੰਦਰੋਂ ਆਪਾ ਭਾਵੇ ਜਿਹੜਾ ਉਹਨੂੰ ਮਾਰਨਾ ਪੈਣਾ ਹੈ ਜੀ। ਮੈਂ ਮਮਤਾ ਲੋਭ ਜਲ ਹੋ ਸ਼ਬਦ ਮੈਲ ਚੁਕਾਈਐ। ਹਉਮੈ ਦਾ ਨਾਸ ਕਰਨਾ ਪੈਣਾ ਹੈ, ਮਮਤਾ ਦਾ ਨਾਸ ਕਰਨਾ ਪੈਣਾ ਹੈ, ਲੋਭ ਦਾ ਨਾਸ ਕਰਨਾ ਪੈਣਾ ਹੈ। ਜਾਲੋ ਦਾ ਅਰਥ ਹੈ ਸਾੜਨੀਆਂ ਪੈਣੀਆਂ ਨੇ ਇਹ ਸਾਰੀਆਂ। ਸ਼ਬਦ ਮੈਲ ਚੁਕਾਈਏ, ਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਮੈਲ ਪਾਸੇ ਕਰਨੀ ਪੈਣੀ ਹੈ, ਫਿਰ ਦੀਵਾ ਤਿਆਰ ਹੁੰਦਾ ਹੈ ਜੀ। ਦਰ ਜਾਏ ਦਰਸ਼ਨ ਕਰੀ ਭਾਣੈ, ਤਾਰ ਤਾਰਨ ਹਾਰਿਆ। ਫਿਰ ਉਸ ਪ੍ਰਭੂ ਪਰਮਾਤਮਾ ਦੇ ਦਰ ਤੇ ਜਾਇਆ ਜਾਂਦਾ ਹੈ, ਦਰ ਤੇ ਪਹੁੰਚਿਆ ਜਾਂਦਾ ਹੈ ਤੇ ਫਿਰ ਉਹਦੇ ਦਰਸ਼ਨ ਹੁੰਦੇ ਨੇ। ਧੰਨ ਗੁਰਬਾਣੀ ਦੇ ਅੰਦਰ ਦੀਵੇ ਦੇ ਹੋਰ ਵੀ ਬੜੇ ਦ੍ਰਿਸ਼ਟਾਂਤ ਆਉਂਦੇ ਨੇ। ਦੀਵਾ ਮੇਰਾ ਏਕ ਨਾਮ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੇ ਸੱਚੇ ਸਤਿਗੁਰੂ ਜੀ, ਜਿਹੜਾ ਤੇਰਾ ਨਾਮ ਹੈ ਨਾ, ਅਸੀਂ ਹੁਣ ਇਸ ਨੂੰ ਦੀਵਾ ਬਣਾ ਲਿਆ। ਜਿਵੇਂ ਦੀਵਾ ਜਗਦਾ ਰਹਿੰਦਾ ਉਵੇਂ ਨਾਮ ਆਪ ਜੀ ਦਾ ਜਿਹੜਾ ਉਹ ਸਾਡੇ ਅੰਦਰ ਚੱਲਦਾ ਰਹਿੰਦਾ। ਦੁੱਖ ਵਿੱਚ ਪਾਇਆ ਤੇਲ, ਤੇ ਦੀਵਾ ਜਦੋਂ ਜਗਦਾ ਫਿਰ ਉਹ ਸਾੜਦਾ ਕੀ, ਇਹ ਤੇਲ ਨੂੰ ਸਾੜੀ ਜਾਂਦਾ ਤੇ ਆਪ ਜਗੀ ਜਾਂਦਾ ਹੈ। ਜਿਹੜੇ ਸੰਸਾਰਿਕ ਦੁੱਖ ਨੇ ਨਾ, ਇਹਨਾਂ ਨੂੰ ਅਸੀਂ ਹੁਣ ਤੇਲ ਰੂਪ ਬਣਾ ਲਿਆ ਹੈ ਤੇ ਇਹ ਸੰਸਾਰਿਕ ਦੁੱਖ ਤੇਲ ਰੂਪ ਹੋ ਕੇ ਤੇ ਤੇਰੇ ਨਾਮ ਦੇ ਦੀਵੇ ਦੇ ਨਾਲ ਸੜਦੇ ਰਹਿੰਦੇ ਨੇ। ਇਸ ਤਰ੍ਹਾਂ ਜਦੋਂ ਗੁਰੂ ਸਵਾਰੇ ਗੁਰੂ ਦੇ ਸ਼ਬਦ ਦਾ ਅੰਦਰ ਦੀਵਾ ਬਣਾ ਲੈਂਦੇ ਨੇ, ਦਰ ਜਾਏ ਦਰਸ਼ਨ ਕਰੀ, ਤੇ ਫਿਰ ਸੱਚੇ ਸਤਿਗੁਰ ਦੇ ਦਰ ਤੇ ਜਾ ਕੇ ਉਸ ਦੇ ਦਰਸ਼ਨ ਹੁੰਦੇ ਨੇ। ਭਾਣੇ ਤਾਰ ਤਾਰਨਾ ਹਾਰਿਆ, ਇੱਥੇ ਵੀ ਹਉਮੈ ਨਹੀਂ ਆਉਣੀ ਚਾਹੀਦੀ, ਆਪਾ ਭਾਵ ਨਹੀਂ ਹੋਣਾ ਚਾਹੀਦਾ। ਇੱਥੇ ਵੀ ਹੱਥ ਜੋੜ ਕੇ ਅਰਦਾਸ ਨਹੀਂ ਕੰਮ ਕਰਨਾ ਹੈ। ਭਾਣੇ ਤਾਰ ਤਾਰਨ ਹਾਰਿਆ, ਜੇ ਤੈਨੂੰ ਭਾ ਗਿਆ ਨਾ ਤੇ ਫਿਰ ਤੂੰ ਤਾਰਨ ਵਾਲਾ ਤੇ ਤਾਰ ਲਾ, ਜੇ ਤੈਨੂੰ ਚੰਗਾ ਹੀ ਨਹੀਂ ਲੱਗਿਆ ਤੇ ਫਿਰ ਤੇਰੀ ਮਰਜ਼ੀ ਤੇ ਤੇਰੀ ਮੌਜ ਹੈ। ਦਰ ਜਾਏ ਦਰਸ਼ਨ ਕਰੀ, ਜਿਨ੍ਹਾਂ ਨੇ ਅੰਦਰੋਂ ਦੀਵਾ ਤਿਆਰ ਕਰਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ, ਜੋਤ ਦੇ ਨਾਲ ਉਸ ਨੂੰ ਜਗਾ ਲਿਆ, ਉਹ ਦਰ ਤੱਕ ਪਹੁੰਚ ਜਾਂਦੇ ਨੇ। ਦਰ ਤੇ ਜਾ ਕੇ ਉਹਨਾਂ ਨੂੰ ਦਰਸ਼ਨ ਹੁੰਦੇ ਨੇ ਤੇ ਇੱਥੇ ਦਰ ਤੇ ਪਹੁੰਚ ਕੇ ਵੀ ਦਰਵਾਜ਼ਾ ਉਸ ਨੇ ਆਪ ਖੋਲ੍ਹਣਾ ਹੈ, ਸਾਡੇ ਖੜਕਾਉਣ ਦੇ ਨਾਲ ਨਹੀਂ ਖੁੱਲ੍ਹਣਾ, ਸਾਡੇ ਖੋਲ੍ਹਣ ਦੇ ਨਾਲ ਨਹੀਂ ਖੁੱਲ੍ਹਣਾ।
ਤੇ ਫਿਰ ਉਹ ਪ੍ਰਭੂ ਪਰਮਾਤਮਾ ਕਿਵੇਂ ਖੋਲਦਾ? ਭਾਣੇ ਤਾਰ ਤਾਰਨ ਹਾਰਿਆ, ਜੇ ਤੈਨੂੰ ਅਸੀਂ ਭਾਗੇ ਆ, ਚੰਗੇ ਲੱਗੇ ਆ, ਤੇ ਫਿਰ ਤੂੰ ਰਹਿਮਤ ਕਰ, ਕਿਰਪਾ ਕਰ, ਸਾਨੂੰ ਤਾਰ ਨਾ ਕਰ ਜੀ। ਹਰ ਨਾਮ ਅੰਮ੍ਰਿਤ ਛਾਕ ਤ੍ਰਿਪਤੀ, ਨਾਨਕਾ ਉਰ ਧਾਰਿਆ। ਇਹ ਸੱਚੇ ਸਤਿਗੁਰ ਜੀ, ਆਪ ਜੀ ਦਾ ਨਾਮ ਅੰਮ੍ਰਿਤਮਈ ਹੈ ਤੇ ਇਹਨੂੰ ਚੱਖ ਕੇ ਖਾ ਪੀ ਕੇ ਅੰਦਰ ਤ੍ਰਿਪਤ ਹੋ ਗਏ। ਭਾਵ ਲੱਭ ਲੋਭ ਹੰਕਾਰ ਇਹਨਾਂ ਦਾ ਨਾਸ ਹੋ ਗਿਆ ਔਰ ਧਾਰਿਆ। ਇਸ ਕਰਕੇ ਆਪ ਜੀ ਦੇ ਨਾਮ ਨੂੰ ਅਸੀਂ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ। ਪਹਿਲਾ ਸ਼ਬਦ ਸੀ ਗੁਰੂ ਨਾਨਕ ਦੇਵ ਜੀ ਦਾ। ਬਿਲਾਵਲ ਰਾਗ ਦੇ ਅੰਦਰ ਜਗਿਆਸਾ ਤੋਂ ਗੱਲ ਚੱਲੀ ਸੀ ਤੇ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੇ ਤੱਕ ਜਾਣ ਦਾ ਜਿਹੜਾ ਰਸਤਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸ ਦਿੱਤਾ ਹੈ। ਖੋਲ੍ਹਣਾ ਅਸੀਂ ਇਹ ਦੀਵਾ ਅਸੀਂ ਅੰਦਰ ਤਿਆਰ ਕਰਨਾ ਤੇ ਜਗਾਣਾ ਉਸ ਪ੍ਰਭੂ ਪਰਮਾਤਮਾ ਨੇ ਆਪਣੇ ਨਾਮ ਦੀ ਜੋਤ ਦੇ ਨਾਲੇ। ਇਸੇ ਭਾਵ ਦਾ ਇੱਕ ਸ਼ਬਦ ਹੋਰ ਏ ਜੋ ਗੁਰੂ ਨਾਨਕ ਦੇਵ ਜੀ ਦਾ ਬਿਲਾਵਲ ਰਾਗ ਦੇ ਅੰਦਰ ਰਚਿਆ ਹੋਇਆ ਹੈ। ਹੁਣ ਉਸ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ ਜੀ। ਬਿਲਾਵਲ ਮਹਲਾ ਪਹਿਲਾ, ਮੈਂ ਮਨ ਚਾਉ ਗਣਾ, ਸਾਜ ਵਿਗਾਸੀ ਰਾਮ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ। ਮੈਂ ਮਨ ਚਾਉ ਘਣਾ, ਜਿੰਦੇ ਅੰਦਰ ਚਾਹ ਆ ਜਾਵੇ ਉਹੀ ਜਗਿਆਸੂ ਹੁੰਦਾ ਹੈ। ਜਗਿਆਸੂ ਦਾ ਅਰਥ ਹੈ ਅੰਦਰ ਜਾਗ ਪੈਣਾ, ਤੇ ਚਾਹ ਉਦੋਂ ਹੀ ਹੁੰਦਾ ਜਦੋਂ ਅੰਦਰ ਜਾਗ ਪਵੇ, ਨਹੀਂ ਤਾਂ ਫਿਰ ਚਾਹ ਨਹੀਂ ਹੁੰਦਾ। ਮੈਂ ਮਨ ਚਾਉ ਘਣਾ, ਸਾਚ ਵਿਗਾਸੀ। ਵਿਗਾਸੀ ਦਾ ਅਰਥ ਹੁੰਦਾ ਹੈ ਖਿੜ ਜਾਣਾ। ਨਾਨਕ ਭਗਤਾਂ ਸਦਾ ਵਿਗਾਸ, ਜਿਹੜੇ ਭਗਤ ਨੇ ਉਹ ਸਦਾ ਹੀ ਵਿਗਾਸ ਦੇ ਵਿੱਚ ਰਹਿੰਦੇ ਨੇ, ਤਰੱਕੀ 'ਚ ਰਹਿੰਦੇ ਨੇ, ਉੱਨਤੀ 'ਚ ਰਹਿੰਦੇ ਨੇ, ਸਦਾ ਹੀ ਖੜਾਓ ਦੇ ਵਿੱਚ ਰਹਿੰਦੇ ਨੇ। ਜਿਨ੍ਹਾਂ ਦੇ ਅੰਦਰ ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਦੇ ਨਾਲ ਮਨ ਦੇ ਵਿੱਚ ਚਾਉ ਬਹੁਤ ਜ਼ਿਆਦਾ ਹੋ ਗਿਆ ਹੈ, ਉਹਨਾਂ ਨੂੰ ਸੱਚੇ ਸਤਿਗੁਰ ਨੇ ਸੱਚ ਦਾ ਖੜਾਓ ਬਖਸ਼ਿਸ਼ ਕਰ ਦਿੱਤਾ ਹੈ ਜੀ। ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ। ਪ੍ਰਭੂ ਪਰਮਾਤਮਾ ਸਾਡਾ ਸਾਰਿਆਂ ਦਾ ਪਿਆਰਾ ਹੈ ਤੇ ਉਹ ਸਾਨੂੰ ਸਾਰਿਆਂ ਨੂੰ ਪ੍ਰੇਮ ਕਰਨ ਵਾਲਾ ਹੈ। ਉਹਨੇ ਆਪਣੇ ਪ੍ਰੇਮ ਦੇ ਨਾਲ ਸਾਨੂੰ ਮੋਹ ਲਿਆ ਹੈ। ਅਬਨਾਸੀ, ਨਾਸ ਤੋਂ ਰਹਿਤ ਹੈ। ਅਬਨਾਸੀ ਦਾ ਅਰਥ ਹੁੰਦਾ ਜਿੰਦੇ ਨਾਸ ਹੋਣ ਦਾ ਡਰ ਨਾ ਹੋਵੇ। ਨਾਸੀ ਦਾ ਅਰਥ ਹੈ ਨਾਸ ਹੋ ਜਾਣਾ, ਤੇ ਅਬਨਾਸੀ ਦਾ ਅਰਥ ਹੁੰਦਾ ਜਿੰਦੇ ਨਾਸ ਹੋਣ ਦਾ ਡਰ ਹੀ ਨਹੀਂ, ਜਿਹੜਾ ਕਦੀ ਨਾਸ ਹੀ ਨਹੀਂ ਹੋ ਸਕਦਾ। ਉਸ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ ਹੈ, ਪ੍ਰੇਮ ਦੀਆਂ ਡੋਰੀਆਂ ਦੇ ਨਾਲ ਸਾਨੂੰ ਆਪਣੇ ਵਿੱਚ ਮੋਹ ਲਿਆ ਹੈ ਜੀ। ਅਵਗਤੋ ਹਰ ਨਾਥ ਨਾਥ ਹੈ, ਤਿਸੈ ਭਾਵੈ ਸੋ ਧੀਐ। ਹੁਣ ਅਗਲੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹ ਨਾਸ ਤੋਂ ਰਹਿਤ ਕਿਵੇਂ ਹੈ। ਅਵਗਤੋ, ਉਸ ਪ੍ਰਭੂ ਪਰਮਾਤਮਾ ਦੇ ਵਿੱਚ 6 ਵਿਕਾਰ ਨਹੀਂ ਹੈਗੇ। ਅਸੀਂ ਖੱਟ ਵਿਕਾਰੀਆਂ, ਸਾਡੇ ਵਿੱਚ 6 ਵਿਕਾਰ ਨੇ। ਸਾਨੂੰ ਭੁੱਖ ਲੱਗਦੀ ਏ, ਪਿਆਸ ਲੱਗਦੀ ਏ, ਨੀਂਦ ਆਉਂਦੀ ਏ, ਜਾਗਦੇ ਹਾਂ, ਦੁੱਖ ਤੇ ਸੁੱਖ ਨੂੰ ਮਹਿਸੂਸ ਕਰਦੇ ਹਾਂ। ਇਹ ਵਿਦਾਂਤ ਦੇ ਅੰਦਰ 6 ਵਿਕਾਰ ਮੰਨੇ ਨੇ। ਜਿਸ ਦੇ ਅੰਦਰ ਇਹ 6 ਵਿਕਾਰ ਨਾ ਹੋਣ ਉਹ ਪਰਮਾਤਮਾ ਦਾ ਰੂਪ ਹੁੰਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਦਾ ਗੁਰ ਇਤਿਹਾਸ ਚੱਲ ਰਿਹਾ ਹੈ ਤੇ ਕੱਲ ਦੇ ਪ੍ਰਸੰਗ ਦੇ ਵਿੱਚ ਆਇਆ ਸੀ, ਚੰਦੂ ਨੇ ਆਪਣੇ ਸਿਪਾਹੀਆਂ ਨੂੰ ਕਹਿ ਦਿੱਤਾ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਾ ਅੱਜ ਤੋਂ ਬਾਅਦ ਜਲ ਪਾਣੀ ਤੇ ਸੌਣ ਨਹੀਂ ਦੇਣਾ, ਰੋਟੀ ਵੀ ਨਹੀਂ ਦੇਣੀ, ਪਾਣੀ ਵੀ ਨਹੀਂ ਦੇਣਾ ਤੇ ਸੌਣ ਵੀ ਨਹੀਂ ਦੇਣਾ। ਤੇ ਗੁਰੂ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠ ਕੇ ਕਹਿੰਦੇ ਤੂੰ ਦੇਣਾ ਕੀ ਨਹੀਂ, ਅਸੀਂ ਛਕਣਾ ਹੀ ਨਹੀਂ ਤੇ ਸੌਣਾ ਵੀ ਨਹੀਂ ਹੈਗਾ। ਜਿੰਦੇ ਅੰਦਰ ਭੁੱਖ ਪਿਆਸ ਤਰੇ ਤੇ ਨੀਂਦ, ਦੁੱਖ ਤੇ ਸੁੱਖ ਨਾ ਆਵੇ, ਉਹਦੇ ਅੰਦਰ ਇਹ 6 ਵਿਕਾਰ ਨਹੀਂ, ਉਹ ਖੱਟ ਵਿਕਾਰੀ ਨਹੀਂ। ਜਿਹੜਾ ਖੱਟ ਵਿਕਾਰੀ ਨਹੀਂ ਉਹਦਾ ਨਾਸ ਨਹੀਂ ਹੁੰਦਾ। ਇਹ 6 ਵਿਕਾਰ ਨੇ ਜੋ ਸਾਡਾ ਨਾਸ ਕਰਦੇ ਨੇ। ਅਵਗਤੋ ਹਰ ਨਾਥ ਨੱਥ ਹੈ, ਉਹ ਪ੍ਰਭੂ ਪਰਮਾਤਮਾ 6 ਵਿਕਾਰਾਂ ਤੋਂ ਰਹਿਤ ਹਰੀ ਦਾ ਰੂਪ ਹੈ। ਸਾਨੂੰ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਨਾਥ ਨਾਥ ਹੈ, ਉਹ ਨਾਥਾਂ ਦਾ ਵੀ ਨਾਥ ਹੈ, ਮਾਲਕਾਂ ਦਾ ਵੀ ਮਾਲਕ ਹੈ। ਤਿਸੇ ਭਾਵੇ ਸੋ ਥੀਏ, ਜੋ ਉਸ ਨੂੰ ਚੰਗਾ ਲੱਗਦਾ ਉਹੀ ਕਰਦਾ ਹੈ ਜੀ। ਕਿਰਪਾਲ ਸਦਾ ਦਇਆਲ ਦਾਤਾ, ਜੀ ਅੰਦਰ ਤੂੰ ਜੀਐ। ਉਹ ਕਿਰਪਾਲੂ ਹੈ, ਦਿਆਲੂ ਹੈ ਤੇ ਸਾਨੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਸੱਚੇ ਸਤਿਗੁਰ ਕਿਰਪਾਲੂ ਨੇ, ਕਿਰਪਾ ਦੇ ਘਰ ਦੇ ਵਿੱਚ ਰਹਿੰਦੇ ਨੇ, ਦਇਆ ਦੇ ਘਰ ਦੇ ਵਿੱਚ ਰਹਿੰਦੇ ਨੇ ਤੇ ਸਾਨੂੰ ਸਾਰਿਆਂ ਨੂੰ ਦਾਤਾਂ ਬਖਸ਼ਿਸ਼ ਕਰਦੇ ਨੇ। ਜੀਆ ਅੰਦਰ ਤੂੰ ਜੀਏ, ਉਹ ਹੈ ਕਿੱਥੇ? ਸਾਡੇ ਜੀਆਂ ਦੇ ਅੰਦਰ
ਉਹ ਪ੍ਰਭੂ ਪਰਮਾਤਮਾ ਨੇ ਸਤਾ ਬਣਾਈ ਹੋਈ ਹੈ ਤੇ ਜਿੰਦੇ ਨਾਲ ਅਸੀਂ ਜਿਉਂਦੇ ਹਾਂ। ਜੀਆ ਅੰਦਰ ਅਸੀਂ ਜੀ ਹਾਂ, ਸਾਡੇ ਅੰਦਰ ਤੂੰ ਜੀਏ ਦਾ ਅਰਥ ਜਿੰਦੇ ਨਾਲ ਅਸੀਂ ਜਿਉਂਦੇ ਹਾਂ। ਉਸ ਵਾਹਿਗੁਰੂ ਦੀ ਇੱਕ ਸਤਾ ਹੈ, ਇੱਕ ਸਮਰੱਥਾ ਹੈ ਜਿੰਦੇ ਨਾਲ ਅਸੀਂ ਸਾਰੇ ਜਿਉਂਦੇ ਹਾਂ, ਜਿੰਦੇ ਨਾਲ ਸਾਡਾ ਸਾਰਿਆਂ ਦਾ ਜੀਵਨ ਚੱਲ ਰਿਹਾ ਹੈ ਜੀ। ਮੈਂ ਅਵਰ ਗਿਆਨ ਨ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਸਾਨੂੰ ਹੋਰ ਕੋਈ ਗਿਆਨ ਜਾਂ ਧਿਆਨ ਹੈ ਨਾ ਜਿਹੜਾ ਸਾਡੇ, ਹੋਰ ਕੋਈ ਧਿਆਨ ਦੇ ਵਿੱਚ ਗੱਲ ਹੀ ਨਹੀਂ ਆਉਂਦੀ। ਹੋਰ ਕਿਸੇ ਪ੍ਰਕਾਰ ਦਾ ਗਿਆਨ ਨਹੀਂ ਜਿਹੜਾ, ਉਧਰ ਵੀ ਨਹੀਂ ਅਸੀਂ ਤੁਰਦੇ, ਤੇ ਹੋਰ ਕਿਸੇ ਪ੍ਰਕਾਰ ਦੀ ਜਿਹੜੀ ਪੂਜਾ ਹੈ ਨਾ ਉਧਰ ਵੀ ਨਹੀਂ ਅਸੀਂ ਜੋੜਦੇ। ਹਰ ਨਾਮ ਅੰਤਰ ਵਸ ਰਹੇ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਡੇ ਅੰਦਰ ਵਸ ਜਾਵੇ ਤੇ ਇਹਦੇ ਨਾਲ ਸਾਰੇ ਪ੍ਰਕਾਰ ਦੇ ਗਿਆਨ, ਸਾਰੇ ਪ੍ਰਕਾਰ ਦੀਆਂ ਸੋਝੀਆਂ ਬਣੀਆਂ ਰਹਿੰਦੀਆਂ ਹਨ ਜੀ। ਵੇਖ ਭਵਨੀ ਹੱਠ ਨ ਜਾਣਾ, ਨਾਨਕਾ ਸੱਚ ਗਹਿ ਰਹੇ। ਵੇਖ ਕਹਿੰਦੇ ਨੇ ਉਪਰੀ ਲਿਬਾਸ ਨੂੰ, ਤੇ ਭਵਨੀ ਦਾ ਅਰਥ ਹੈ ਅੰਦਰ ਦੀ ਭਾਵਨਾ ਹੈ ਨਾ ਜਿਹੜੀ, ਉਹ ਉਪਰੀ ਲਿਬਾਸ ਵਾਲੀ ਬਣੀ ਰਹਿਣੀ। ਹੱਠ ਨਾ ਜਾਣਾ, ਤੇ ਹੱਠ ਕਹਿੰਦੇ ਨੇ ਹੱਠ ਯੋਗ ਨੂੰ, ਜਿੱਦ ਕਰਨੀ, ਹੱਠ ਕਰਨਾ। ਜਿਵੇਂ ਇੱਕ ਬੱਚਾ ਹੈ, ਉਹ ਹੱਠ ਕਰਦਾ ਹੈ, ਉਹ ਰੋਣ ਲੱਗ ਜਾਂਦਾ ਵੀ ਮੈਨੂੰ ਆਹ ਚੀਜ਼ ਜਿਹੜੀ ਉਹ ਚਾਹੀਦੀ ਏ, ਤੇ ਹੱਠ ਕਰਕੇ ਕਈ ਵਾਰੀ ਬੱਚਾ ਚੀਜ਼ ਲੈ ਲੈਂਦਾ, ਪਰ ਹੱਠ ਕਰਕੇ ਚੀਜ਼ ਜ਼ਰੂਰ ਮਾਤਾ ਪਿਤਾ ਤੋਂ ਮਿਲ ਗਈ ਹੈ, ਪਿਆਰ ਨਹੀਂ ਮਿਲਿਆ, ਪਿਆਰ ਤੋਂ ਸੱਖਣਾ ਰਹਿ ਗਿਆ ਹੈ। ਮੈਂ ਅਵਰ ਗਿਆਨ ਨ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੇ ਸੱਚੇ ਸਤਿਗੁਰੂ ਜੀ, ਜੇ ਤੇਰਾ ਨਾਮ ਸਾਡੇ ਅੰਦਰ ਵਸ ਜਾਵੇ ਨਾ, ਤੇ ਫਿਰ ਸਾਰੇ ਪ੍ਰਕਾਰ ਦਾ ਜਿਹੜਾ ਗਿਆਨ ਤੇ ਧਿਆਨ ਹੈ ਉਹ ਸਾਨੂੰ ਤੇਰੇ ਨਾਮ ਕਰਕੇ ਆਪੇ ਹੀ ਪ੍ਰਾਪਤ ਹੋ ਜਾਣਾ ਹੈ। ਸਾਨੂੰ ਹੋਰ ਕਿਸੇ ਪ੍ਰਕਾਰ ਦੇ ਗਿਆਨ ਤੇ ਧਿਆਨ ਦੀ ਜਾਂ ਪੂਜਾ ਪਾਠ ਦੀ ਸਾਨੂੰ ਲੋੜ ਹੀ ਨਹੀਂ ਬਣਦੀ। ਕੇਵਲ ਤੇਰੇ ਨਾਮ ਦੇ ਨਾਲ ਹੀ ਸਾਰੀਆਂ ਰਹਿਮਤਾਂ, ਮੇਰਾ ਕਿਰਪਾ ਹੋ ਜਾਂਦੀਆਂ ਨੇ। ਹੁਣ ਅਗਲੀ ਤੁਕ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭੇਖ ਭਵਨੀ। ਭਵਨੀ ਦਾ ਅਰਥ ਹੈ ਅੰਦਰ ਦੀ ਭਾਵਨਾ, ਜਿਹੜਾ ਸਾਡੇ ਮਨ ਨੂੰ ਭੁਲਾ ਦਿੰਦੀ ਏ। ਜਿਵੇਂ ਬੱਚਾ ਵਿਗੜ ਜਾਵੇ ਨਾ, ਤੇ ਮਾਵਾਂ ਕਹਿੰਦੀਆਂ ਨੇ ਇਹਨੂੰ ਪੁੱਠੀ ਪਾਉਣੀ ਪਤਾ ਨਹੀਂ ਕਿੰਨੇ ਪੜ੍ਹਾ ਦਿੱਤੀ ਏ। ਕਈਆਂ ਥਾਵਾਂ ਤੇ, ਕਈਆਂ ਏਰਿਆਂ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ, ਭੇਖ ਭਵਨੀ। ਸਾਡੇ ਅੰਦਰ ਦੀ ਜਿਹੜੀ ਪਾਉਣੀ ਹੈ ਨਾ, ਜਿਹੜਾ ਸਾਡੇ ਅੰਦਰ ਦਾ ਭਾਵਨਾ ਹੈ, ਉਹ ਭੇਖ ਵਾਲਾ ਨਹੀਂ। ਅਸੀਂ ਭੇਖ ਵਿਖਾ ਕੇ ਤੇ ਸਮਾਜ ਨੂੰ ਨਹੀਂ ਠੱਗਣਾ ਸੱਚੇ ਸਤਿਗੁਰੂ ਜੀ। ਅਸੀਂ ਤੇਰੇ ਨਾਮ ਦੇ ਭੇਖ ਦੇ ਵਿੱਚ ਰਹਿਣਾ ਹੈ। ਹੱਠ ਨਾ ਜਾਣਾ ਤੇ ਤੇਰੇ ਨਾਲ ਜਿੱਦ ਵੀ ਨਹੀਂ ਕਰਨੀ, ਕਿਉਂ? ਅਸੀਂ ਤੇਰੇ ਨਾਲ ਪਿਆਰ ਕਰਨਾ। ਜਿੱਥੇ ਪਿਆਰ ਹੋਵੇ ਉੱਥੇ ਫਿਰ ਧੱਕਾ ਨਹੀਂ ਹੁੰਦਾ, ਉੱਥੇ ਜਿੱਦ ਨਹੀਂ ਹੁੰਦੀ। ਜਿਵੇਂ ਬੱਚਾ ਹੈ, ਬੱਚਾ ਰੁੱਸ ਗਿਆ, ਲੜ ਪਿਆ ਹੈ। ਕਈ ਬੱਚੇ ਰੁੱਸ ਕੇ ਲੜ ਕੇ ਘਰੋਂ ਵੀ ਨਿਕਲ ਜਾਂਦੇ ਨੇ। ਹੁਣ ਇਸ ਤਰ੍ਹਾਂ ਗਿਆ, ਚੀਜ਼ ਜ਼ਰੂਰ ਮਿਲ ਜਾਵੇਗੀ, ਪਰ ਮਾਤਾ ਪਿਤਾ ਦਾ ਜਿਹੜਾ ਪਿਆਰ ਹੈ ਨਾ, ਉਹ ਨਹੀਂ ਮਿਲਣਾ। ਤਾਂ ਕਰਕੇ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਹੱਠ ਯੋਗ ਵਾਲੇ ਪਾਸਿਓਂ ਜਾਣਾ ਮਨਾ ਕੀਤਾ ਹੈ। ਭੇਖ ਭਵਨੀ, ਹੱਠ ਨਾ ਜਾਣਾ, ਇਹ ਚੀਜ਼ਾਂ ਹੈ ਸੱਚੇ ਸਤਿਗੁਰੂ ਜੀ ਅਸੀਂ ਜਾਣਦੇ ਨਹੀਂ। ਨਾਨਕਾ ਸੱਚ ਗਹਿ ਰਹੇ, ਅਸੀਂ ਤਾਂ ਤੇਰੇ ਸੱਚੇ ਨਾਮ ਨੂੰ, ਸੱਚ ਸਰੂਪ ਨੂੰ ਹੀ ਪਕੜਿਆ ਹੋਇਆ ਹੈ ਜੀ। ਬਿਨੜੀ ਰਹਿਣ ਭਲੀ ਦਿਨ ਸੁਹਾਏ RAM। ਤੇਰੇ ਸੱਚ ਸਰੂਪ ਨਾਮ ਨੂੰ ਪਕੜਿਆ, ਰਾਤ ਹੈ ਜਿਹੜੀ ਉਹ ਵੀ ਤੇਰੇ ਨਾਮ ਦੇ ਵਿੱਚ ਭਿੱਜ ਕੇ ਨਿਕਲ ਜਾਂਦੀ ਹੈ। ਭਿੰਨੜੀ ਦਾ ਅਰਥ ਹੁੰਦਾ ਭਿੱਜ ਕੇ ਨਿਕਲਣਾ। ਮਾਣੇ ਜਿਹੜਾ ਉਹ ਸਾਰੀ ਰਾਤ ਤੇਰੇ ਨਾਮ ਦੇ ਵਿੱਚ ਭਿੱਜਿਆ ਰਹਿੰਦਾ ਹੈ। ਦਿਨ ਸੁਹਾਏ, ਇਸ ਕਰਕੇ ਰਾਤ ਭਲੀ ਹੋ ਗਈ ਹੈ, ਤੇ ਦਿਨ ਜਿਹੜਾ ਉਹ ਵੀ ਤੇਰੇ ਨਾਮ ਦੇ ਵਿੱਚ ਭਿੱਜਿਆਂ ਦਾ ਗੁਜ਼ਰਦਾ, ਇਹ ਵੀ ਸੁਖ ਦੇਣ ਵਾਲਾ ਹੋ ਗਿਆ। ਭਿੰਨੜੀ ਰਹਿਣ ਭਲੀ, ਤੇਰੇ ਨਾਮ ਦੇ ਵਿੱਚ ਭਿੱਜਿਆਂ ਦੀ ਜਿਹੜੀ ਰਾਤ ਗੁਜ਼ਰਦੀ ਏ ਉਹ ਬੜੀ ਭਲੀ ਏ। ਦਿਨ ਸੁਹਾਏ RAM, ਹੈ ਸੱਚੇ ਸਤਿਗੁਰੂ ਜੀ, ਤੇਰੇ ਨਾਮ ਦੇ ਵਿੱਚ ਭਿੱਜਿਆਂ ਦਾ ਦਿਨ ਵੀ ਸੁਖ ਦੇਣ ਵਾਲਾ ਹੈ ਜੀ। ਨਿਜ ਕਰ ਸੂਤਰੀਏ ਪਰਮ ਜਗਾਏ RAM। ਜਦੋਂ ਜਗਿਆਸੂ ਸਮਾਧੀ ਦੇ ਵਿੱਚ ਲੀਨ ਹੋ ਜਾਂਦਾ ਹੈ, ਤੇ ਫਿਰ ਪ੍ਰਭੂ ਪਰਮਾਤਮਾ ਕਿਰਪਾ ਕਰਦਾ ਹੈ, ਉਹਦੇ ਅੰਦਰ ਦੀ ਜਗਿਆਸਾ ਗਿਆਨ ਪ੍ਰਾਪਤ ਹੁੰਦਾ ਹੈ ਜੀ। ਨਵ ਹਾਨ ਨਵ ਧਨ ਸ਼ਬਦ ਜਾਗੀ, ਆਪਣੇ ਪਿਰ ਭਾਣੀਆਂ। ਜਿਹੜੇ ਉਸ ਪਰਮਾਤਮਾ ਨੂੰ ਚੰਗੇ ਲੱਗਦੇ ਨੇ, ਵਾਹਿਗੁਰੂ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ। ਨਵ ਹਾਨ ਨਵ ਧਨ, ਨਵ ਹਾਨ, ਹਾਨ ਦਾ ਅਰਥ ਇੱਥੇ ਵਾਹਿਗੁਰੂ ਹੈ, ਪਰਮਾਤਮਾ ਹੈ।
ਉਹ ਪ੍ਰਭੂ ਪਰਮਾਤਮਾ ਜੋ ਸਦੀਵੀ ਨਵਾਂ ਨਰੋਆ ਨਵ ਧਨ ਤੇ ਨਵਾਂ ਜਗਿਆਸੂ ਜਿਹੜਾ ਉਸ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋਇਆ। ਸ਼ਬਦ ਜਾਗੀ, ਉਹ ਜਾਗੇਗਾ ਸ਼ਬਦ ਦੇ ਨਾਲ। ਆਪਣੇ ਪਿਰ ਭਾਣੀਆਂ ਤੇ ਆਪਣੇ ਪ੍ਰਭੂ ਪਰਮਾਤਮਾ ਨੂੰ ਪਿਆਰਾ ਲੱਗੇਗਾ। ਇਹਨਾਂ ਤੁਕਾਂ ਨੂੰ ਥੋੜਾ ਜਿਹਾ ਇੱਕ ਵਾਰੀ ਆਪਾਂ ਫਿਰ ਵਿਚਾਰਨਾ ਕਰੀਏ। ਭਿੰਨੜੀ ਰਹਿਣ ਭਲੀ ਦਿਨ ਸੁਹਾਏ ਰਾਮ, ਜਿਨ੍ਹਾਂ ਗੁਰੂ ਸਵਾਰਿਆਂ ਦੀ ਰਾਤ ਨਾਮ ਜਪਦਿਆਂ ਦੀ ਨਾਮ ਦੇ ਵਿੱਚ ਭਿੱਜਿਆਂ ਦੀ ਗੁਜ਼ਰ ਜਾਂਦੀ ਹੈ ਤੇ ਦਿਨ ਵੀ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਨਿਜ ਘਰ ਸੁਤਲੀਏ, ਉਹ ਜਦੋਂ ਸਮਾਧੀ ਦੇ ਵਿੱਚ ਲੀਨ ਹੁੰਦੇ ਨੇ। ਪਿਰਮ ਜਗਾਏ ਰਾਮ, ਪ੍ਰਭੂ ਪਰਮਾਤਮਾ ਫਿਰ ਉਹਨਾਂ ਦੇ ਅੰਦਰ ਨੂੰ ਗਿਆਨ ਦੇ ਨਾਲ ਜਗਾ ਦਿੰਦਾ ਹੈ। ਨਵ ਹਨ, ਉਹ ਪ੍ਰਭੂ ਪਰਮਾਤਮਾ ਸਦਾ ਨਵਾਂ ਨਰੋਆ ਹੈ। ਨਵ ਧਨ ਤੇ ਜਗਿਆਸੂ ਹੈ ਜਿਹੜਾ, ਉਹਨੂੰ ਵੀ ਆਪਣੇ ਵਰਗਾ ਕਰ ਲੈਂਦਾ ਨਵਾਂ ਨਰੋਆ। ਸ਼ਬਦ ਜਾਗੀ, ਇਹ ਜਾਗਣਾ ਜਿਹੜਾ ਇਹ ਸ਼ਬਦ ਦੇ ਵਿੱਚ ਆਪਣੇ ਪਿਰ ਭਾਣੀਆਂ। ਇਸ ਤਰ੍ਹਾਂ ਪ੍ਰਭੂ ਪਰਮਾਤਮਾ ਨੂੰ ਭਾ ਜਾਈਦਾ ਹੈ ਜੀ। ਤਜ ਕੂੜ ਕਪਟ ਸੁਭਾਉ ਦੂਜਾ, ਚਾਕਰੀ ਲੋਕਾਣੀਆ। ਤਜ ਕੂੜ ਕਪਟ ਸੁਭਾਉ, ਇਹ ਹੁਣ ਛੱਡੇ ਜਾਂਦੇ ਨੇ। ਤਜ ਛੱਡੇ ਜਾਂਦੇ ਨੇ, ਕੂੜ ਝੂਠ ਬੋਲਣਾ, ਕਪਟ ਧੋਖਾ ਕਰਨਾ। ਕਪਟ ਦਾ ਅਰਥ ਹੁੰਦਾ ਛਲ ਕਰਨਾ, ਧੋਖਾ ਕਰਨਾ। ਸੁਭਾਉ ਹੁੰਦਾ ਸਾਡੀਆਂ ਆਦਤਾਂ। ਦੂਜਾ ਦੂਜੀਆਂ ਆਦਤਾਂ। ਦੂਜੀਆਂ ਆਦਤਾਂ ਜਿਹੜੀਆਂ ਮਾੜੀਆਂ ਆਦਤਾਂ ਨੇ ਉਹਨਾਂ ਨੂੰ ਆਖਿਆ ਗਿਆ ਹੈ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਤਜ ਕੂੜ, ਕੂੜ ਛੁੱਟ ਜਾਂਦਾ, ਕੂੜ ਨੂੰ ਛੱਡਣਾ ਕਰੀਏ। ਤਜ ਕਪਟ, ਛਲ ਨੂੰ ਛੱਡਣਾ ਕਰੀਏ। ਤਜ ਸੁਭਾਉ ਦੂਜਾ, ਤੇ ਜਿਹੜਾ ਸਿਮਰਨ ਤੋਂ ਬਿਨਾ, ਸੇਵਾ ਤੋਂ ਬਿਨਾ ਹੋਰ ਵੱਖਰਾ ਸੁਭਾਅ ਹੈ, ਦੁਨੀਆਦਾਰੀ ਵਾਲਾ, ਬੁਰੇ ਵਕਾਰਾਂ ਵਾਲਾ, ਬੁਰੀਆਂ ਆਦਤਾਂ ਵਾਲਾ, ਨਿੰਦਿਆ ਚੁਗਲੀ ਵਾਲਾ, ਇਹ ਦੂਜੇ 'ਚ ਹੀ ਆ ਜਾਂਦੇ ਨੇ ਸਾਰੇ। ਇਹਨੂੰ ਛੱਡਣਾ ਕਰੀਏ। ਚਾਕਰੀ ਲੁਕਾਣੀਆਂ, ਚਾਕਰੀ ਦਾ ਅਰਥ ਹੁੰਦਾ ਚਾਹ ਕਰਕੇ ਸੇਵਾ ਕਰਨੀ। ਨੌਕਰ ਤੇ ਚਾਕਰ ਦੇ ਵਿੱਚ ਫਰਕ ਹੁੰਦਾ ਹੈ। ਵੈਸੇ ਨੌਕਰ ਚਾਕਰ ਦੋਵਾਂ ਨੂੰ ਇੱਕ ਹੀ ਮਨੁੱਖ ਨੂੰ ਆਖਿਆ ਜਾਂਦਾ ਹੈ। ਅਸੀਂ ਨੌਕਰ ਰੱਖਿਆ ਹੋਵੇ ਤੇ ਉਹਨੂੰ ਵੀ ਨੌਕਰ ਆਖ ਦਿੰਦੇ ਹਾਂ, ਤੇ ਕਿਸੇ ਬੋਲੀ ਦੇ ਵਿੱਚ ਚਾਕਰ ਹੈ ਜਿਹੜਾ ਨੌਕਰ ਨੂੰ ਹੀ ਆਉਂਦਾ ਹੈ। ਨੌਕਰ ਦਾ ਅਰਥ ਚਾਕਰ ਕਰ ਲੈਂਦੇ ਨੇ, ਚਾਕਰ ਦਾ ਅਰਥ ਨੌਕਰ ਕਰ ਲੈਂਦੇ ਨੇ, ਪਰ ਇਹਨਾਂ ਸ਼ਬਦਾਂ ਦੇ ਵਿੱਚ ਵਖਰੇਵਾਂ ਹੁੰਦਾ ਹੈ। ਨੌਕਰ ਦਾ ਅਰਥ ਹੁੰਦਾ ਜਿਹੜਾ ਨੌ ਦਾ ਗੁਲਾਮ ਹੋਵੇ। ਇਹ ਮੈਂ ਫਿਰ ਕਿਸੇ ਦਿਨ ਖੁਲਾਸਾ ਕਰਾਂਗਾ, ਕਿਉਂਕਿ ਅੱਜ ਮੈਂ ਮਨ ਬਣਾਇਆ ਵੀ ਇਹ ਦੋਵੇਂ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਸੰਪੂਰਨ ਕਰਨੇ ਨੇ। ਪਿਛਲੀ ਲੇਟ ਥੋੜੀ ਜਿਹੀ ਆਪਾਂ ਕੱਢ ਲਈਏ। ਤੇ ਚਾਕਰ ਹੁੰਦਾ ਚਾਹ ਕਰਕੇ ਕੋਈ ਕੰਮ ਕਰਨਾ। ਜਿਵੇਂ ਸਾਡੇ ਖੇਤ ਦੇ ਵਿੱਚ ਅਸੀਂ ਆਪਣੇ ਕੰਮ ਕਰਨ ਵਾਲੇ ਨੂੰ ਭੇਜਿਆ ਤੇ ਉਹਦੇ ਅੰਦਰ ਚਾਹ ਹੈ, ਉਹ ਚਾਹ ਕਰਕੇ ਕੰਮ ਕਰੇਗਾ ਤੇ ਬਰਕਤ ਪਵੇਗੀ। ਜੇ ਨੌਕਰ ਕਰਕੇ ਕੰਮ ਕਰੇਗਾ ਤੇ ਫਿਰ ਉੱਥੇ ਬਰਕਤ ਨਹੀਂ ਰਹੇਗੀ। ਫਿਰ ਗਵਾਂਢੀਆਂ ਦੇ ਦਾਣੇ ਜ਼ਰੂਰ ਸਾਡੇ ਤੋਂ ਵੱਧ ਹੋ ਜਾਣਗੇ, ਖਾਦ ਭਾਵੇਂ ਅਸੀਂ ਜ਼ਿਆਦਾ ਪਾ ਦਈਏ, ਕਿਉਂਕਿ ਬਰਕਤ ਦੇ ਨਾਲ ਹੀ ਵਾਧਾ ਹੁੰਦਾ ਹੈ, ਬਿਨਾਂ ਬਰਕਤ ਤੋਂ ਵਾਧਾ ਨਹੀਂ ਹੁੰਦਾ। ਚਾਕਰੀ ਲੁਕਾਣੀਆਂ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਇੱਕ ਤਾਂ ਲੋਕਾਂ ਦੀਆਂ ਲੁਕਾਣੀਆਂ ਜਿਹੜੀਆਂ ਗੱਲਾਂ ਨੇ ਨਾ, ਚਾਕਰੀ, ਇਹਨਾਂ ਨੂੰ ਵੀ ਅਸੀਂ ਛੱਡ ਦਈਏ। ਤਜ ਕੂੜ ਕਪਟ ਸੁਭਾਉ ਦੂਜਾ, ਦੂਜਾ ਸੁਭਾਅ ਝੂਠ ਬੋਲਣਾ, ਛਲ ਕਰਨਾ। ਚਾਕਰੀ ਲੁਕਾਣੀਆਂ ਦਾ ਅਰਥ ਸੰਗਤ ਕਰੀਏ। ਆਪਾਂ ਜਿਤਨੀ ਵੀ ਸੰਗਤ ਹੈ ਇਹਨਾਂ ਦੀ ਚਾਹ ਕਰਕੇ ਸੇਵਾ ਕਰਨੀ ਕਰੀਏ ਜੀ। ਮੈਂ ਨਾਮ ਹਰ ਕਾ ਹਾਰ ਕੰਠੇ, ਸਾਜ ਸ਼ਬਦ ਨਿਸ਼ਾਨੀਆ। ਸਾਡੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ, ਇਹ ਵਸ ਜਾਵੇ ਤੇ ਸੱਚੇ ਸਤਿਗੁਰ ਦੇ ਸ਼ਬਦ ਦਾ ਸਾਨੂੰ ਪ੍ਰਵਾਣਾ ਮਿਲ ਜਾਵੇ ਜੀ। ਕਰ ਜੋੜ ਨਾਨਕ ਸਾਚ ਮਾਗੈ, ਨਦਰ ਕਰ ਤੁਧ ਭਾਣਿਆ। ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਇੱਕੋ ਹੀ ਮੰਗ ਕਰਦੇ ਨੇ ਕਿ ਸਾਨੂੰ ਸੱਚ ਪੱਲੇ ਪੈ ਜਾਵੇ। ਨਦਰ ਕਰ ਤੁਧ ਭਾਣਿਆ, ਤੂੰ ਸਾਡੇ ਤੇ ਰਹਿਮਤ ਕਰ, ਕਿਰਪਾ ਕਰ ਕਿ ਅਸੀਂ ਤੈਨੂੰ ਚੰਗੇ ਲੱਗੀਏ ਜੀ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਸਲੋਨੜੀਏ ਉਹਨੂੰ ਆਖਦੇ ਨੇ ਜਿੰਦੀਆਂ ਅੱਖਾਂ ਦੇ ਵਿੱਚੋਂ ਨੀਂਦ ਨਾ ਜਾਂਦੀ ਹੋਵੇ। ਸਲੋਨੜੀਏ ਉਹਨੂੰ ਵੀ ਆਖਦੇ ਨੇ ਜਿੰਦੀਆਂ ਅੱਖਾਂ ਬੜੀਆਂ ਸੋਹਣੀਆਂ ਹੋਣ ਤੇ ਉਹਨੂੰ ਆਪਣੇ ਨੇਤਰਾਂ ਦੇ ਉੱਤੇ ਮਾਣ ਹੋਵੇ। ਜਾਗ ਸਲੋਨੜੀਏ, ਇੱਥੇ ਸਲੋਨੜੀਏ ਦਾ ਅਰਥ ਨਿੰਦਰਾ ਹੈ। ਜਾਗ ਸਲੋਨੜੀਏ, ਹੈ ਗੁਰੂ ਸਵਾਰਿਆ, ਅੱਖਾਂ ਦੇ ਵਿੱਚੋਂ ਨੀਂਦ ਨੂੰ ਪਾਸੇ ਕਰਨਾ ਕਰ। ਬੋਲੇ ਗੁਰਬਾਣੀ ਰਾਮ, ਤੇ ਜਾਗ ਕੇ ਉਸ ਪ੍ਰਭੂ ਪਰਮਾਤਮਾ ਦੀ ਬਾਣੀ ਨੂੰ ਤੂੰ ਗਾਉਣਾ ਕਰ।
ਜਾਗ ਸਲੋਨੜੀਏ ਅੰਮ੍ਰਿਤ ਵੇਲੇ ਉੱਠੀਏ ਨੀਂਦ ਨੂੰ ਵਸਾਰੀਏ ਸੁਚੇਤ ਹੋ ਕੇ ਧੰਨ ਗੁਰਬਾਣੀ ਦਾ ਪਾਠ ਕਰਨਾ ਕਰੀਏ ਜੀ। ਕਰ ਜੋੜ ਜਿਨ ਸੁਨ ਮੰਨਿਆੜੀ ਅਕਥ ਕਹਾਣੀ RAM। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚੰਤ ਮਤਾਈ। ਜਿਨ੍ਹਾਂ ਨੇ ਧੰਨ ਗੁਰਬਾਣੀ ਨੂੰ ਸੁਣ ਕੇ ਤੇ ਗੁਰਬਾਣੀ ਨੂੰ ਗੁਰੂ ਦਾ ਰੂਪ ਜਾਣ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ ਨਾ। ਅਕਥ ਕਹਾਣੀ RAM ਉਹਨਾਂ ਗੁਰੂ ਸਵਾਰਿਆਂ ਦੀ ਕਹਾਣੀ ਹੈ ਜਿਹੜੀ ਫਿਰ ਉਹ ਕਥਨ ਤੋਂ ਅੱਗੇ ਉਹ ਜਗਿਆਸੂ ਨੇ ਪਰਮਾਤਮਾ ਵਾਲੇ ਹੋ ਗਏ ਨੇ। ਜਾਗ ਸਲੋਨੜੀਏ ਬੋਲੇ ਗੁਰਬਾਣੀ RAM। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਅੰਮ੍ਰਿਤ ਵੇਲੇ ਨੀਂਦ ਨੂੰ ਅੱਖਾਂ ਦੇ ਵਿੱਚੋਂ ਪਾਸੇ ਕਰ ਸੁਚੇਤ ਹੋ ਤੇ ਸੱਚੇ ਸਤਿਗੁਰ ਦੀ ਬਾਣੀ ਦੇ ਨਾਲ ਜੁੜ। ਜਿਨ ਸੁਣ ਮੰਨੇ ਜਿਨ੍ਹਾਂ ਨੇ ਸੱਚੇ ਸਤਿਗੁਰ ਦੇ ਉਪਦੇਸ਼ ਨੂੰ ਗੁਰਬਾਣੀ ਨੂੰ ਗੁਰੂ ਜਾਣ ਕੇ ਗੁਰਬਾਣੀ ਨੂੰ ਗੁਰੂ ਮੰਨ ਕੇ ਤੇ ਗੁਰਬਾਣੀ ਦੇ ਸ਼ਬਦ ਨੂੰ ਸੁਣ ਕੇ ਮੰਨ ਲਿਆ। ਅਕਥ ਕਹਾਣੀ RAM ਉਹਨਾਂ ਗੁਰੂ ਸਵਾਰਿਆਂ ਦੀ ਕਥਾ ਅਕਥ ਹੋ ਗਈ ਹੈ ਜੀ। ਅਕਥ ਕਹਾਣੀ ਪਦ ਨਿਰਬਾਣੀ ਕੋ ਬਿਰਲਾ ਗੁਰਮੁਖ ਬੂਝੈ। ਹੁਣ ਗੁਰੂ ਮਹਾਰਾਜ ਜੀ ਇੱਥੇ ਫਿਰ ਫੈਸਲਾ ਕਰਦੇ ਨੇ ਜੋ ਅਸੀਂ ਅਕਥ ਕਹਾਣੀ ਆਖੀਏ ਨਾ ਅਕਥ ਕਹਾਣੀ ਪਦ ਨਿਰਬਾਣੀ ਇਹ ਨਿਰਵਾਣ ਪਦਵੀ ਹੈ। ਅਕਥ ਕਹਾਣੀ RAM ਗੁਰਬਾਣੀ ਦੇ ਅੰਦਰ ਗੁਰਬਾਣੀ ਦੇ ਅਰਥ ਆਪ ਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤੇ ਨੇ। ਅਕਥ ਕਹਾਣੀ RAM ਜਿਨ੍ਹਾਂ ਨੇ ਸੱਚੇ ਸਤਿਗੁਰ ਦੀ ਬਾਣੀ ਨੂੰ ਮੰਨਿਆ ਤੇ ਉਹਨਾਂ ਗੁਰੂ ਸਵਾਰਿਆਂ ਦੀਆਂ ਕਹਾਣੀਆਂ ਨੇ ਜਿਹੜੀਆਂ ਉਹ ਅਕਥ ਹੋ ਗਈਆਂ ਨੇ। ਬੜੀ ਉੱਚੀ ਤੇ ਸੁੱਚੀ ਅਵਸਥਾ ਵਾਲੇ ਹੋ ਗਏ ਨੇ। ਇਹ ਉੱਚੀ ਤੇ ਸੁੱਚੀ ਵਾਲੀ ਅਵਸਥਾ ਜਿਹੜੀ ਅਕਥ ਕਹਾਣੀ ਹੈ। ਪਦ ਨਿਰਬਾਣੀ ਇਹ ਨਿਰਵਾਣ ਪਦਵੀ ਹੈ। ਕੋ ਵਿਰਲਾ ਗੁਰਮੁਖ ਬੂਝੇ ਇਸ ਨੂੰ ਸਾਰੇ ਨਹੀਂ ਸਮਝ ਸਕਦੇ। ਕੋਈ ਵਿਰਲਾ ਗੁਰਮੁਖ ਹੈ ਜੋ ਇਸ ਨੂੰ ਸਮਝਦਾ ਹੈ ਜੀ। ਉਹ ਸ਼ਬਦ ਸਮਾਏ ਆਪ ਗਵਾਏ ਤੇਰੇ ਭਵਨ ਸੋਜੀ ਸੂਝਏ। ਜਿਹੜਾ ਗੁਰਮੁਖ ਹੈ ਜਿਹਨੂੰ ਸਮਝ ਆ ਗਈ ਉਹ ਸ਼ਬਦ ਦੇ ਵਿੱਚ ਅਭੇਦ ਹੋ ਜਾਏਗਾ ਅੰਦਰੋਂ ਆਪਾ ਭਾਵ ਦਾ ਨਾਸ਼ ਕਰ ਲੇਗਾ ਤੇ ਤਿੰਨਾਂ ਭਵਨਾਂ ਦੀ ਸੋਝੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਜੀ। ਰਹਿ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ। ਉਹ ਸੰਸਾਰ ਦੇ ਅੰਦਰ ਰਹਿੰਦਾ ਹੋਇਆ ਅਤੀਤ ਭਾਵਨਾ ਦੇ ਨਾਲ ਰਹੇਗਾ। ਪਾਰਾਵਾਰ ਤੋਂ ਰਹਿਤ ਪ੍ਰਭੂ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਜਾਏਗਾ। ਸਾਚ ਮਨ ਗੁਣ ਸਾਰਿਆ ਉਸ ਦੇ ਮਨ ਨੇ ਸੱਚ ਨੂੰ ਮੰਨ ਲਿਆ ਤੇ ਸ੍ਰੇਸ਼ਟ ਗੁਣਾਂ ਦੇ ਨਾਲ ਜੁੜ ਗਿਆ ਹੈ ਜੀ। ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ। ਉਹ ਹਰ ਜਗ੍ਹਾ ਤੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ ਉਸ ਪਰਮਾਤਮਾ ਵਾਹਿਗੁਰੂ ਨੂੰ ਹਿਰਦੇ ਦੇ ਅੰਦਰ ਗੁਰਮੁਖਾਂ ਨੇ ਧਾਰਨ ਕੀਤਾ ਹੈ ਜੀ। ਮਹਿਲ ਬੁਲਾਈੜੀਏ ਭਗਤ ਸਨੇਹੀ RAM। ਜਿਨ੍ਹਾਂ ਨੂੰ ਭਗਤੀ ਦੇ ਨਾਲ ਸਨੇਹ ਹੈ ਪ੍ਰਭੂ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਉਹਨਾਂ ਨੂੰ ਬੁਲਾਉਣਾ ਕਰਦਾ ਹੈ ਜੀ। ਗੁਰਮਤਿ ਮਨ ਰਹਿਸੀ ਸੀਜਸ ਦੇਹੀ RAM। ਉਹਨਾਂ ਦੀ ਮੱਤ ਜਿਹੜੀ ਗੁਰੂ ਵਾਲੀ ਹੋ ਜਾਂਦੀ ਹੈ ਗੁਰੂ ਵਾਲੀ ਮੱਤ ਮਨ ਦੇ ਵਿੱਚ ਰਹਿੰਦੀ ਹੈ। ਸੀਜਸ ਦੇਹੀ RAM ਤੇ ਉਹ ਇਸ ਸਰੀਰ ਨੂੰ ਸਵਾਰ ਕੇ ਚਲੇ ਜਾਂਦੇ ਹਨ ਜੀ। ਮਨ ਮਾਰ ਰੀਜੈ ਸ਼ਬਦ ਸੀਜੈ ਤ੍ਰੈ ਲੋਕ ਨਾਥ ਪਛਾਣੈ। ਜਿਨ੍ਹਾਂ ਨੇ ਮਨ ਨੂੰ ਮਾਰ ਲਿਆ ਰੀਜੇ ਉਹਨਾਂ ਤੇ ਪ੍ਰਭੂ ਪਰਮਾਤਮਾ ਖੁਸ਼ ਹੁੰਦਾ ਹੈ। ਸ਼ਬਦ ਸੀਜੇ ਤੇ ਇਹ ਜਿਹੜਾ ਮਨ ਨੂੰ ਮਾਰਨਾ ਹੈ ਤੇ ਪ੍ਰਭੂ ਪਰਮਾਤਮਾ ਦੇ ਵਿੱਚ ਰਜੇਵਾਂ ਪੈਦਾ ਕਰਨਾ ਹੈ। ਸ਼ਬਦ ਦੀ ਕਮਾਈ ਦੇ ਨਾਲ ਇਹ ਤ੍ਰੈ ਲੋਕ ਨਾਥ ਪਛਾਣੇ ਤਿੰਨਾਂ ਲੋਕਾਂ ਦਾ ਮਾਲਕ ਪ੍ਰਭੂ ਪਰਮਾਤਮਾ ਉਹਨਾਂ ਦੀ ਪਛਾਣ ਵਿੱਚ ਆ ਜਾਂਦਾ ਹੈ ਜੀ। ਮਨ ਢੀਗ ਡੋਲ ਨ ਜਾਏ ਕਤਹੀ ਆਪਣਾ ਫਿਰ ਜਾਣਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਉਹਨਾਂ ਦਾ ਮਨ ਫਿਰ ਕਦੇ ਡਾਵਾਂ ਡੋਲ ਨਹੀਂ ਹੁੰਦਾ ਤੇ ਨਾ ਹੀ ਕਿਤੇ ਹੋਰ ਪਾਸੇ ਆਪਣੇ ਗੁਰੂ ਨੂੰ ਛੱਡ ਕੇ ਜਾਂਦਾ ਹੈ। ਆਪਣਾ ਫਿਰ ਜਾਣੇ ਉਹ ਪ੍ਰਭੂ ਪਰਮਾਤਮਾ ਨੂੰ ਆਪਣਾ ਜਾਣ ਲੈਂਦੇ ਹਨ। ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਤਕੀਆ ਤੇਰੋ। ਇਹ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਡਾ ਆਸਰਾ ਹੈ ਤੂੰ ਸਾਡਾ ਮਾਲਕ ਹੈ ਤੇ ਅਸੀਂ ਤੇਰਾ ਹੀ ਆਸਰਾ ਤੱਕਿਆ ਹੋਇਆ ਹੈ। ਤੇਰੇ ਜੋਰ ਦੇ ਆਸਰੇ ਦੇ ਨਾਲ ਜਿਉਂਦੇ ਹਾਂ ਜੀ। ਸਾਜ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰ ਨਬੇਰੋ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਸੱਚਾ ਤੇ ਸੁੱਚਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਤੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਅਸੀਂ ਇਸ ਝਗੜੇ ਨੂੰ ਨਿਬੇੜਨਾ ਕਰੀਏ। ਸਾਚ ਸੂਚੋ ਸਦਾ ਨਾਨਕ ਉਹ ਪ੍ਰਭੂ ਪਰਮਾਤਮਾ ਸੱਚਾ ਤੇ ਸੁੱਚਾ ਪਵਿੱਤਰ ਹੈ ਸਦਾ ਹੀ। ਗੁਰ ਸ਼ਬਦ ਝਗੜ ਨਿਬੇੜੋ। ਹੁਣ ਝਗੜਾ ਕਿਹੜਾ ਪਿਆ ਹੈ? ਜੰਮਣ ਤੇ ਮਰਨ ਦਾ ਇਹ ਝਗੜਾ ਪਿਆ ਹੋਇਆ ਹੈ। ਕਰਮਾਂ ਦਾ ਜਿਹੜਾ ਇਹ ਝਗੜਾ ਪਿਆ ਹੋਇਆ ਹੈ।
ਗੁਰੂ ਦੇ ਸ਼ਬਦ ਦੇ ਨਾਲ ਇਹ ਕਰਮਾਂ ਦੇ ਝਗੜੇ ਨੂੰ ਅਸੀਂ ਨਿਬੇੜਨਾ ਕਰੀਏ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਧੰਨ ਗੁਰੂ ਨਾਨਕ ਦੇਵ ਜੀ ਦੇ ਪਾਵਨ ਸ਼ਬਦ ਸੰਪੂਰਨ ਹੋਏ ਨੇ। ਕੱਲ ਨੂੰ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਦੇ ਪਾਵਨ ਸ਼ਬਦ, 2 ਸ਼ਬਦ ਹੀ ਗੁਰੂ ਰਾਮਦਾਸ ਜੀ ਦੇ ਹਨ। ਉਹਨਾਂ ਦੀਆਂ ਵਿਚਾਰਾਂ ਆਪ ਸੰਗਤਾਂ ਦੇ ਨਾਲ ਧੰਨ ਗੁਰਬਾਣੀ ਦੇ ਆਸਰੇ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਮੈਂ ਧਰਤੀ ਰਾਤ ਦੁਖ